विघ्न न को लागता, गुरु पे अरदास। विघ्न न को लागता, गुरु पे अरदास। रखवाला गोबिंद राय, रखवाला गोबिंद राय। भगतन की रात, भगतन की रात। विघ्न न को लागता, गुरु पे अरदास।
ਬਿਨ ਸਤਿਗੁਰ ਚੇਤਿਆ ਨਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪ ਇਸ ਮਨੁੱਖ ਤੇ ਤਰੁੱਟ ਪੈਣ, ਆਪ ਰਹਿਮਤ ਦੇ ਬਖਸ਼ਿਸ਼ ਦੇ ਘਰ ਵਿੱਚ ਆ ਜਾਣ, ਫਿਰ ਕੀ ਹੁੰਦਾ ਹੈ? ਫਿਰ ਸਤਿਗੁਰਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਵੀ ਐਸੇ ਦੀ ਪ੍ਰਾਪਤੀ ਹੁੰਦੀ ਹੈ। ਆਪਾਂ ਸ਼ਬਦ ਸਰਵਣ ਕਰੜੇ ਸਾਂ ਕਿ ਐਸਾ ਸਤਿਗੁਰ ਲੋੜ ਲਹੋ ਜਿਸ ਜੀਵਨ ਅਵਰ ਨਾ ਹੋਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ, ਸਾਰਿਆਂ ਦੇ ਰਹਿਬਰ ਕੇਵਲ ਤਾਂ ਕੇਵਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਗੁਰਬਾਣੀ ਇਸ ਜਗ में ਚਾਨਣ, गुरु की बाणी इस संसार में चानन करने वाली है। फिर गुरु की बाणी खत्री ब्राह्मण सूद वैस उपदेश चौं वर्णा को साझा, सारियां नूं साझा उपदेश करती है। सतगुरु सच्चे पातशाह महाराज की बाणी विच अनेकां तरह महाराज ने सानू कलयुगी जीवां नूं समझाउण दा यतन कीता कि ये मनुख जिहड़े ने ये किसी ना किसी तरीके दे नाल उस परमात्मा दे नाल जुड़ जाण ते इन्हां दा जिहड़ा मनुखा जन्म है वो सफला हो जावे। सतगुरु जी साडे उत्ते रहमत, सतगुरु साडे उत्ते बहुत तरस करदे ने। गुरबाणी नूं पढ़ना ते गुरबाणी दा कीर्तन करना ते नाल गुरु की बाणी दी विचार दे नाल जुड़ना अति जरूरी है। सतगुरु सच्चे पातशाह बाणी विच एक एक अखर दे नाल बहुत बड़ा उपदेश सानूं दिंदे ने। महाराज दे बाणी विच गग्गा अखर पढ़ीए ना
ਹਰ ਕਿਤੇ ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇ ਕਾ ਬਿਰਮ ਨ ਕਰਿਓ ਮੀਤ। ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਛ ਬੰਧ, ਉਹ ਮੇਰਾ ਨਹਿ ਬੂਝੇ ਜਬ ਆਏ ਮਰੈ ਜਬ ਬੰਧ। ਗੱਗਾ ਅੱਖਰ ਇਹ ਉਪਦੇਸ਼ ਦਿੰਦਾ ਹੈ ਕਿ ਐ ਮਨੁੱਖ ਇੱਕ ਸਵਾਸ ਸਵਾਸ ਕਰਕੇ ਉਸ ਪਰਮਾਤਮਾ ਨੂੰ ਵਾਹਿਗੁਰੂ ਨੂੰ ਯਾਦ ਕਰਨਾ ਕਰ। ਜਿਸ ਵਾਹਿਗੁਰੂ ਨੇ ਤੇਰੇ ਉੱਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਕਿੰਨਾ ਸੁੰਦਰ ਤੈਨੂੰ ਇਹ ਮਨੁੱਖਾ ਜਨਮ ਦਿੱਤਾ ਹੈ। ਫਿਰ ਮਹਾਰਾਜ ਨੇ ਕਿੰਨੇ ਤੈਨੂੰ ਦੁਨੀਆ ਦੇ ਅੰਦਰ ਸੁੱਖ ਦਿੱਤੇ ਨੇ, ਕਿਉਂਕਿ ਮੈਂ ਵਿਚਾਰ ਲੰਬੀਆਂ ਦੇ ਨਹੀਂ ਜਾਣਾ। ਇੱਕ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਨਾ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਇੱਕ ਅਸ਼ਟਪਦੀ ਉਚਾਰਨ ਕੀਤੀ ਹੈ, ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਰਤ ਅਵਰ ਲਭਾਵੈ। ਸਾਰੀ ਅਸ਼ਟਪਦੀ ਵਿੱਚ ਮਹਾਰਾਜ ਬਾਰ-ਬਾਰ ਸਾਨੂੰ ਚੇਤਾ ਕਰਾਉਂਦੇ ਨੇ ਕਿ ਐ ਮਨੁੱਖ ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਦੇ ਨਾਲ ਤੈਨੂੰ ਇੰਨੇ ਸੁੱਖ ਮਿਲੇ ਨੇ, ਉਸ ਪਰਮਾਤਮਾ ਨੂੰ ਵਾਹਿਗੁਰੂ ਨੂੰ ਮਨੁੱਖ ਤੂੰ ਯਾਦ ਕਿਉਂ ਨਹੀਂ ਕਰਦਾ? ਉਸ ਨੂੰ ਯਾਦ ਜ਼ਰੂਰ ਕਰ। ਤੇ ਯਾਦ ਕਰਨ ਵਾਸਤੇ ਵੀ ਬੜਾ ਵਧੀਆ ਸਮਾਂ ਗੁਰਮੁਖਾਂ ਨੇ ਬਣਾਇਆ ਹੈ, ਕਿਉਂਕਿ ਗੁਰਮਤਿ ਸਮਾਗਮ ਰੱਖਿਆ ਹੋਇਆ ਹੈ। ਇਸ ਕਰਕੇ ਗੁਰੂ ਦੇ ਨਾਲ ਜੁੜਨਾ ਅਤੀ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਰਹਿਬਰ ਨੇ, ਪਰ ਸਾਡੇ ਬਹੁਤ ਵੱਡੇ ਭਾਗ ਨੇ ਗੁਰਸਿੱਖਾਂ ਦੇ, ਜਿਹੜਾ ਸਾਨੂੰ ਮਹਾਰਾਜ ਨੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮਹਾਰਾਜ ਉਪਦੇਸ਼ ਸਾਰਿਆਂ ਨੂੰ ਸਾਂਝਾ ਕਰਦੇ ਨੇ, ਭਾਵੇਂ ਕੋਈ ਮੁਸਲਮਾਨ ਆਵੇ ਜੋ ਮਹਾਰਾਜ ਨੂੰ ਮੱਥਾ ਟੇਕੇ ਸੱਚੇ ਪਾਤਸ਼ਾਹ ਮੈਨੂੰ ਵੀ ਹੁਕਮ ਹੈ। ਤੇ ਮਹਾਰਾਜ ਕਹਿੰਦੇ ਨੇ ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਦੁਖ ਜਾਏ ਦਿਲ ਮੈਂ ਸਾਈਂ ਪ੍ਰਗਟੈ ਬੁਝੇ ਬਲੰਤੀ ਨਾਏ। ਜੇ ਕੋਈ ਹਿੰਦੂ ਸਨਾਤਨ ਧਰਮ ਵਿੱਚੋਂ ਆਵੇ ਨਾ, ਤੇ ਮਹਾਰਾਜ ਨੂੰ ਵੀ ਉਪਦੇਸ਼ ਦਿੰਦੇ ਨੇ। ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਨੂੰ ਵੀ ਹੁਕਮ ਹੈ। ਤੇ ਮਹਾਰਾਜ ਕਹਿੰਦੇ ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੀ ਆਏ। ਪਿਆਰਿਆ ਪਰਮਾਤਮਾ ਦਾ ਨਾਮ ਚਿਤ ਲਾ ਕਰਕੇ ਮਨ ਕਰਕੇ ਵੀ ਕਹਿਣਾ ਕਰ, ਕਿਉਂਕਿ ਮਹਾਰਾਜ ਨੇ ਜਿੰਨੀ ਬਾਣੀ ਉਚਾਰਨ ਕੀਤੀ ਹੈ ਨਾ, ਸਾਰੀ ਮਨ ਦੇ ਉੱਤੇ ਮਹਾਰਾਜ ਨੇ ਆਪਣੇ ਮਨ ਨੂੰ ਕਿਵੇਂ ਸਮਝਾਉਣਾ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਬੜੀ ਸੁਖੈਰ ਬਾਣੀ ਆਨੰਦ ਸਾਹਿਬ ਜੀ ਪੜ੍ਹਦੇ ਸੁਣਦੇ। ਮਹਾਰਾਜ ਨੇ ਵੇਖੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਈ ਹੈ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਕਰਮ ਕਮਾਇਆ। ਫਿਰ ਮਹਾਰਾਜ ਮਨ ਦੇ ਪ੍ਰਤੀ ਕਹਿੰਦੇ ਨੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਬਾਣੀ ਪੜ੍ਹਨੀ ਪਰ ਆਪਣੇ ਮਨ ਨੂੰ ਸੰਬੋਧਨ ਕਰਕੇ ਮਹਾਰਾਜ ਕਹਿੰਦੇ ਸਾਰੇ ਗੁਰੂ ਜਿੱਥੇ ਸੰਸਾਰ ਦੇ ਉੱਤੇ ਕਾਰਨ ਸਵਾਰੇਗਾ ਨਾ, ਤੇ ਮਨੁੱਖਾ ਜਨਮ ਸਫਲਾ ਹੋਣਾ ਸਭ ਤੋਂ ਵੱਡਾ ਕਾਰਨ ਇਹ ਵੀ ਗੁਰੂ ਦਾ ਸਮਾਗਮ ਦੇਵੇਗਾ। ਇਸ ਕਰਕੇ ਸਾਧ ਸੰਗਤ ਦੀ ਵੱਡੇ ਭਾਗਾਂ ਦੇ ਨਾਲ ਇਹ ਆਪਾਂ ਨੂੰ ਸਮਾਗਮ ਦੀ ਪ੍ਰਾਪਤੀ ਹੋਈ ਹੈ। ਸਾਰੀਆਂ ਸੰਗਤਾਂ ਘਰਾਂ ਵਿੱਚ ਜਿੱਥੇ ਵੀ ਹਾਲੀ ਬੈਠੇ ਹੋ, ਸਾਰਿਆਂ ਨੂੰ ਮੈਂ ਨਿਮਰਤਾ ਦੇ ਨਾਲ ਬੇਨਤੀ ਕਰਾਂ ਕਿ ਜਿੰਨੇ ਵੀ ਨੌਜਵਾਨ ਵੀਰ ਨੇ ਨਾ, ਉਹਨਾਂ ਨੂੰ ਬੇਨਤੀ ਹੱਥ ਜੋੜ ਕਰਕੇ ਕਿ ਆਓ ਇਸ ਗੁਰਮਤਿ ਸਮਾਗਮ ਵਿੱਚ ਹਾਜ਼ਰ ਹੋਈਏ। ਸਾਡੇ ਗੁਰੂ ਨੇ ਸਾਡੇ ਵਾਸਤੇ ਕੀ ਪੂਰਨੇ ਪਾਏ ਨੇ, ਇਹਨੂੰ ਮੈਂ ਸਮਾਂ ਨਹੀਂ ਬੋਲਦਾ ਲਾਉਣਾ। ਕਿੰਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਸ਼ਹੀਦਾਂ ਨੇ। ਇਹ 2 ਦਿਨ ਦਾ ਸਮਾਗਮ ਹੈ। ਇਤਿਹਾਸ ਤੋਂ ਗੁਰੂ ਦੀ ਬਾਣੀ ਤੋਂ ਦਰਵਾਜ਼ਾ ਜਾਣੂ ਕਰੋਗੇ ਆਪ ਜੀ ਨੂੰ। जिनके चोले रतड़े, 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 जिनके कंध दिया के पास लगा के तेरी को नानक की अरदास। जिनके चोले
रतड़े जिनके चोले रतड़े जिनके चोले रतड़े जिनके चोले रतड़े जिनके चोले रतड़े प्यारे तक दिला के पास दूर तेरा की जेबे भी कहो नानक की अरदास जिनके चोले रतड़े जिनके चोले रतड़े जिनके चोले रतड़े आपे साजे आपे बंदे आपे नदर करे आपे नदर करे आपे नदर करे आपे साजे आपे रंगे आपे नदर करे आपे नदर करे आपे साजे आपे रंगे आपे नदर करे आपे नदर करे नानक बामन कंठे पावे नानक बामन कंठे पावे आपे ही आवे जिनके चोले रतड़े 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 प्यारे रत दिला के पास दूर दिला की जेबी कहो नानक की अरदास जिनके चोले रतड़े जिनके चोले रतड़े जिनके चोले रतड़े जिनके चोले रतड़े
कंत न पावे चोरिया प्यारे, कंत न पावे चोरिया प्यारे, क्यों धन से बहराए, क्यों धन से जहराए। जिनके चोले रतड़े, जिनके चोले रतड़े, जिनके चोले रतड़े, जिनके चोले रतड़े, जिनके चोले रतड़े प्यारे, कत दिना के पास, क्यों दिना की जय मिले जी को, नानक की अरदास। जिनके चोले रतड़े, 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 जिनके चोले रतड़े। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਨਾਲ ਮਹਾਰਾਜ ਦੇ ਦਰਸ਼ਨ ਦੀਦਾਰੇ ਹੋ ਰਹੇ ਹੈ। ਆਪ ਸੰਗਤਾਂ ਗੁਰੂ ਕੀ ਬਾਣੀ ਨੂੰ ਕੀਰਤਨ ਦੇ ਰਾਹੀਂ ਸਰਵਣ ਕਰ ਰਹੇ ਸੀ। ਗੁਰਮੁਖ ਪਿਆਰੇ ਜਿਨ੍ਹਾਂ ਦੀ ਉਡੀਕ ਵਿੱਚ ਸਾਂ ਆਪਾਂ ਉਹ ਪਹੁੰਚ ਗਏ ਨੇ। ਉਹਨਾਂ ਗੁਰਮੁਖਾਂ ਪਿਆਰੇ ਨੇ ਆਪ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਗੇ, ਗੁਰੂ ਕੀ ਬਾਣੀ ਦੇ ਨਾਲ ਜੁੜਨਗੇ ਕਿ ਗੁਰੂ ਕੀ ਜਿਹੜੀ ਬਾਣੀ ਹੈ, ਗੁਰਬਾਣੀ ਇਸ ਜੱਗ ਮਹਿ ਚਾਨਣ ਕਿਸ ਤਰ੍ਹਾਂ ਸਾਨੂੰ ਜੀਵਨ ਦੀ ਜਾਂਚ ਸਿਖਾਉਂਦੀ ਹੈ। ਕੀ ਅਸੀਂ ਕਰਨ ਵਾਸਤੇ ਆਏ, ਕੀ ਅਸੀਂ ਕਰ ਰਹੇ ਹਾਂ, ਕੀ ਸਾਨੂੰ ਕਰਨਾ ਚਾਹੀਦਾ ਹੈ। ਕਿਉਂਕਿ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਗੁਰਮੁਖਾਂ ਨੇ ਕੱਲ੍ਹ ਕਿਹਾ ਸੀ ਉਸ ਲਿਖੀ ਤੋਂ ਮੁਕਤ ਹੁੰਦੀ ਜਾ ਰਹੀ ਹੈ। ਪਤਾ ਨਹੀਂ ਕਿੱਥੇ ਮਿਲੀ ਹੈ ਸਾਡੇ ਜਦੋਂ ਕਿਹਨਾਂ ਨੂੰ ਪੁੱਤਰਿਆਂ ਵਾਲੇ ਇਸ਼ਾਰਾ ਕਰਦੇ ਨਾ ਪਿਆਰ ਖੇਡਦੇ ਆ, ਜਿਹੜੇ ਅਸੀਂ ਸਿਰਾਂ ਪਾਉਂਦੇ ਭੋਲ ਪਾਉਂਦੇ ਤੇ ਕਹਿੰਦਾ ਮੈਨੂੰ ਕਹਿੰਦਾ ਫਲਾਣਾ ਸਿਰਾ, ਫਿਰ ਇੰਨੀ ਜਾਇਦਾਦ ਛੱਡਣ ਦੀ ਕੀ ਲੋੜ ਸੀ। ਤੇ ਇਹੋ ਕੁਝ ਕਰਨਾ ਸੀ, ਫਿਰ ਇੰਨੀ ਜਾਇਦਾਦ ਨੂੰ ਇੱਥੇ ਪਾਕਿਸਤਾਨ ਨੂੰ ਛੱਡਣ ਦੀ ਲੋੜ ਨਹੀਂ ਸੀ। ਜੇ ਇਹੋ ਕੋਈ ਗੱਲ ਕਰਨ ਤੇ ਸਾਰੇ ਉਪਰਾਲਾ ਕਰੋ, ਜਿਹਦੇ ਤੁਸੀਂ ਆਏ ਇੱਕ ਨੂੰ ਹੋਰ ਨਾਲ ਜਾਓ ਕਿ ਗੁਰਸਿੱਖੀ ਦਾ ਮਤ ਪ੍ਰਚਾਰ ਕਰੀਏ। ਸਭ ਨੂੰ ਗੁਰੂ ਨਾਨਕ ਸਾਹਿਬ ਦੀ ਲਾਜ਼ਮੀ ਹੈ। ਮੈਂ ਇੰਨੀਆਂ ਬੇਨਤੀਆਂ ਕਰਦਾ ਹਾਂ ਅੱਗੇ ਨੂੰ ਨਾ ਜਾਵਾਂ, ਮੈਂ ਕਿਉਂ ਨਾ ਜਾਣ ਕੋ ਹਾਂ। ਗੁਰੂ ਵਾਹਿਗੁਰੂ 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 ਵਾਹਿਗੁਰੂ
सच साहिब मेरा, बोलो सच, फिर बोलो सच, इन्हां वाल वेख के बोलो सच। नानक बोले बुलाया तेरा, नानक बोले बुलाया तेरा। वाहिगुरू जी का खालसा, वाहिगुरू जी की फतेह। एक बार गज वज के फतेह का जवाब फतेह विच दिओ, कोई रसना वांझी ना रवे। सारे गज वज के बुलाओ जी, वाहिगुरू जी का खालसा, वाहिगुरू जी की फतेह। अपना नाम जपाओ, 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 अपना नाम जपाओ। देवो अपना नाम, 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 देवो अपना नाम। मोहे परदेसण दूर ते आई, मोहे परदेसण दूर ते आई, मोहे परदेसण दूर ते आई, मोहे परदेसण दूर ते आई। अपना नाम जपाओ, अपना नाम जपाओ, अपना नाम जपाओ, अपना नाम जपाओ। आपको वाहिगुरू, गज के बोलो वाहिगुरू। श्री गुरु ग्रंथ ਸਾਹਿਬ सतगुरु जी, ਅੱਜ ਮਿਹਰ ਹੋਈ ਆ ਤੇਰੀ ਤੇ ਮੈਂ ਤੇਰੀ ਸ਼ਰਨ ਵਿੱਚ ਆਈ ਆ। ਕੀ ਕਰ, ਮੇਰੇ ਉੱਤੇ ਟੁੱਟ ਤੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ, ਕਿਉਂਕਿ ਜੇ ਸ੍ਰਿਸ਼ਟੀ ਵਿੱਚ ਸਭ ਤੋਂ ਕੋਈ ਪੂਜਣ ਯੋਗ ਹੈ ਤੇ ਉਹ ਧੰਨ ਸ੍ਰੀ ਗੁਰੂ। ਗੱਜ ਕੇ ਬੋਲਿਆ ਕਰੋ ਨਾ, ਤੁਹਾਡੇ ਗੁਰੂ ਦਾ ਨਾਮ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਕ ਮੈਂ ਅੱਜ ਤੁਹਾਡੇ ਸਾਹਮਣੇ ਵਿਸ਼ਾ ਰੱਖਣਾ ਹੈ ਅਵਸਰ ਦਾ। ਅਵਸਰ ਕਿਹਨੂੰ ਕਹਿੰਦੇ ਆ, ਕੋਈ ਦੱਸੋ? ਅਵਸਰ ਹੈ ਮੌਕਾ, ਅਵਸਰ ਹੈ ਵੇਲਾ। ਤੁਹਾਡੇ ਤੇ ਮੇਰੇ ਹੱਥ ਲੱਗ ਗਿਆ ਜੀ। ਜਿੰਨੇ ਤੁਸੀਂ ਬੈਠੇ ਜੇ, ਕਥਾ ਕਰਨ ਵਾਲਾ, ਪਾਠੀ ਸਿੰਘ ਪਾਠ ਕਰਨ ਵਾਲਾ, ਮੇਰੇ ਸਤਿਕਾਰਯੋਗ ਵੀਰ ਤੇ ਕੀਰਤਨ ਦੀਆਂ ਝੜੀਆਂ ਲਾ ਕੇ ਗਏ, ਜਿੰਨੇ ਆਪਾਂ ਸੰਸਾਰ ਵਿੱਚ ਆਏ ਆ ਜਾਂ ਸੰਸਾਰ ਤੁਸੀਂ ਵੇਖ ਰਹੇ ਜੀ, ਇਹਨਾਂ ਦੇ ਸੰਸਾਰ ਦੇ ਹੱਥ ਇੱਕ ਲੱਗਾ ਹੈ ਮੌਕਾ, ਇੱਕ ਵੇਲਾ, ਅਵਸਰ ਲੱਗ ਗਿਆ ਹੈ ਹੱਥ ਵਿੱਚ। ਪਰ ਯਾਦ ਰੱਖਿਓ, ਜਿੰਨੀ ਦੇਰ ਤੱਕ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਇਹ ਸਾਡੇ ਕੋਲੋਂ ਵੇਲਾ, ਇਹ ਜਿਹੜਾ ਅਵਸਰ ਆ, ਇਹ ਸਾਡੇ ਕੋਲੋਂ ਵਿਅਰਥ ਜਾ ਰਿਹਾ ਹੈ। ਇਹ ਜਿਹੜਾ ਸਮਾਂ ਮਿਲਿਆ ਹੈ ਸਾਨੂੰ ਸੰਸਾਰ ਵਿੱਚ, ਇਹ ਸਾਡੇ ਕੋਲੋਂ ਵਿਅਰਥ ਜਾ ਰਿਹਾ ਹੈ। ਤੇ ਤਕਰੀਬਨ ਹੋ ਇਹੀ ਰਿਹਾ ਕਿ ਗੁਰੂ ਦੀ ਸ਼ਰਨ ਵਿੱਚ ਜੀਵ ਆਉਂਦਾ ਨਹੀਂ, ਨਾਮ ਜਪਦਾ ਨਹੀਂ, ਬਾਣੀ ਪੜ੍ਹਦਾ ਨਹੀਂ, ਕਦੇ ਗੁਰਬਾਣੀ ਨੂੰ ਹਿਰਦੇ ਤੋਂ ਵਿਚਾਰਦਾ ਨਹੀਂ। ਇਸ ਕਰਕੇ ਇਹਦੀ ਗੁਰੂ ਕੋਲੋਂ ਵਿੱਥ ਪਈ ਆ, ਦੂਰ ਦੂਰ ਰਹਿੰਦਾ। ਤੇ ਸੰਸਾਰ ਉੱਤੇ ਹੈ ਮਾਇਆ ਦਾ ਪ੍ਰਭਾਵ। ਪਹਿਲਾਂ ਗੱਲ ਸੁਣੀ ਜਾਇਓ, ਕਥਾ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਕੁ ਬੇਨਤੀਆਂ ਕਰਦਿਆਂ। ਜਿੰਨਾ ਸੰਸਾਰ ਹੈ ਮਾਇਆ ਦੇ ਵਿੱਚ ਜੁੜਿਆ ਹੈ, ਕੋਈ ਧੀ ਤੱਕ ਜੁੜ ਗਿਆ, ਕੋਈ ਪੁੱਤ ਨਾਲ, ਕੋਈ ਜਾਇਦਾਦ ਨਾਲ ਜੁੜਿਆ, ਕੋਈ ਜ਼ਮੀਨ ਨਾਲ ਜੁੜਿਆ, ਕਿਸੇ ਨੇ ਗੱਡੀਆਂ ਦੀ ਖਿੱਚ ਪਈ ਤੇ ਕਿਸੇ ਨੂੰ ਧਨ ਪਦਾਰਥਾਂ ਦੀ। ਇਹ ਚੀਜ਼ਾਂ ਨੇ ਖਿੱਚ ਕੇ ਆਪਣੇ ਕੋਲੋਂ ਰੱਖਿਆ, ਜਿਹਦੇ ਕਾਰਨ ਜੀਵ ਗੁਰੂ ਕੋਲ ਨਹੀਂ ਆਉਂਦਾ। ਜੇ ਕਿਤੇ ਆ ਹੀ ਜਾਂਦਾ ਸਵੇਰੇ ਤੇ ਸ਼ਾਮ, ਉਧਰ ਵੀ ਧਿਆਨ ਦਿਓ। ਜਦੋਂ ਕਿਤੇ ਆਉਂਦਾ ਹੈ ਸਮਾਂ ਬਣਦਾ, ਗੁਰਦੁਆਰੇ ਆਇਆ, ਇੱਥੇ ਦਾ ਮਨ ਨਹੀਂ ਲੱਗਾ, ਆਣ ਕੇ ਮੱਥਾ ਟੇਕਿਆ, ਇੱਥੋਂ ਗੇੜਾ ਕੱਢਿਆ ਤੇ ਵਾਪਸ ਚਲਿਆ ਗਿਆ। ਜਿਸ ਤਰ੍ਹਾਂ ਖਾਲੀ ਆਇਆ ਸੀ, ਸੱਚ ਜਾਣਿਓ, ਖਾਲੀ ਆਇਆ ਤੇ ਖਾਲੀ ਵਾਪਸ ਚਲੇ ਗਿਆ। ਯਾਦ ਰੱਖੀ, ਸੰਸਾਰ ਵਿੱਚ ਆਇਆ ਤੇ ਤੂੰ ਹੈ। ਅੱਜ ਸੰਸਾਰ ਵਿੱਚ ਆਇਆ ਤੇ ਯਾਦ ਰੱਖੀ, ਸੰਸਾਰ ਵਿੱਚ ਤੈਨੂੰ ਭੇਜਿਆ ਹੈ ਕਿਸੇ ਨੇ, ਕਿਸੇ ਨੇ ਤੈਨੂੰ ਭੇਜਿਆ ਹੈ। ਸੰਸਾਰ ਵਿੱਚ ਕੋਈ ਕੰਮ ਆਇਆ ਹੈ ਤੂੰ, ਜਿਹਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਪੜ੍ਹਿਆ ਤੇ ਅਸੀਂ ਹੁਣੇ ਹੀ ਪੜ੍ਹ ਕੇ ਹਟੇ ਆ। ਉਹ ਬਚਨ ਮੈਂ ਪਹਿਲਾਂ ਸ਼ੁਰੂ ਤੋਂ ਲੈ ਲੈਂਦਾ। ਗੁਰੂ ਸਾਹਿਬ ਜੀ ਦੇ ਭਈ ਪ੍ਰਾਪਤ, ਬੋਲੋ ਸਾਰੇ, ਹੁਣ ਪੜ੍ਹ ਕੇ ਹਟੇ ਆ ਆਪਾਂ, ਹੁਣੇ ਦੀ ਬਾਣੀ ਆ ਰਹਿ ਰਾਜ ਸਾਹਿਬ ਦੀ। ਤੇ ਤਕਰੀਬਨ ਇਹ ਸੋਏ ਸਾਡੇ ਕੰਨਾਂ ਵਿੱਚ ਰੋਜ਼ ਪੈਂਦੀ ਆ। ਗੁਰੂ ਸਾਹਿਬ ਕਹਿੰਦੇ ਆ, ਭਈ ਪ੍ਰਾਪਤ ਮਾਨੁਖ ਦੇਹੁਰੀਆ।
ਇਹ ਜਿਹੜੀ ਤੇਰੀ ਦੇਹਰੀ ਆ, ਇਹ ਜਿਹੜੀ ਤੇਰੀ ਕਾਇਆ, ਜਿਹੜਾ ਤੇਰਾ ਸਰੀਰ, ਜਿਹੜਾ ਤੇਰਾ ਪਿੰਡ, ਇਹ ਤੈਨੂੰ ਮਿਲਿਆ ਹੈ ਭਲਿਆ ਲੋਕਾਂ, ਇਹ ਕਿਸੇ ਕਾਰਜ ਵਾਸਤੇ ਮਿਲਿਆ। ਕਿਸੇ ਨੇ ਲਾਇਆ ਇਹਨੂੰ ਕਾਰਜ ਵਾਸਤੇ? ਕਿਹੜੇ ਕਾਰਜ ਮਿਲਿਆ ਸੀ? ਬੋਲੋ। ਕਿਸੇ ਨੇ ਇਹਨੂੰ ਸੱਚੇ ਕਾਰਜ ਵਿੱਚ ਲਾਇਆ ਕਿ ਮੇਰੇ ਗੁਰੂ ਨੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਆ, ਸਿੱਖਾ ਤੈਨੂੰ ਕਿਸੇ ਕੰਮ ਨੂੰ ਸਰੀਰ ਮਿਲਿਆ। ਸੱਚ ਜਾਣੇ ਹੋਏ ਸੰਸਾਰ ਨੇ ਇੱਧਰ ਨਹੀਂ ਚਿੱਤ ਲਾਇਆ, ਇਹਨੇ ਕਿਹਾ ਮੈਂ ਕਿਸੇ ਹੋਰ ਕੰਮ ਆਇਆ। ਇਹਨੇ ਆਣ ਕੇ ਮਾਇਆ ਇਕੱਠੀ ਕੀਤੀ, ਧਨ ਪਦਾਰਥ ਦੌਲਤ ਬਣਾਏ, ਇਸਤਰੀ ਮਗਰ ਭੱਜਾ, ਕਦੀ ਕਿਤੇ ਗਿਆ ਕਦੀ ਕਿਤੇ ਗਿਆ, ਪਰ ਇਹਦੇ ਮਨ ਨੂੰ ਟਿਕਾਣਾ ਆਇਆ ਜਿੱਦਾਂ ਸੰਸਾਰ ਵਿੱਚ ਆਇਆ ਸੀ। ਸੰਸਾਰ ਤੇ ਕਹਿੰਦਾ ਕੀ ਲੈ ਕੇ ਆਏ ਤੇ ਕੀ ਲੈ ਕੇ ਜਾਣਾ। ਯਾਦ ਰੱਖਿਓ, ਜਿਸ ਦਿਨ ਲੈ ਕੇ ਆਏ ਸਾਂ ਸੰਸਾਰ ਵਿੱਚ, ਕਰਮ ਨਾਲ ਆਏ ਸੀ। ਆਏ ਕਿ ਨਹੀਂ? ਬੋਲੋ। ਕਰਮ ਸਾਡੇ ਨਾਲ ਆਏ ਸੀ, ਰਿਜ਼ਕ ਅਸੀਂ ਲਿਖਾ ਕੇ ਸੰਸਾਰ ਵਿੱਚ ਲਿਆਂਦਾ। ਯਾਦ ਰੱਖਿਓ, ਆਹ ਕਿਤੇ ਪਹਿਲਾ ਸਾਡਾ ਜਨਮ ਨਹੀਂ ਜੀ, ਕਈ ਜਨਮ ਅਸੀਂ ਲੈ ਚੁੱਕੇ ਹਾਂ, ਤੇ ਜਿਨ੍ਹਾਂ ਦਾ ਸਾਰਿਆਂ ਦਾ ਵੇਰਵਾ ਇਹ ਜਾਣਦੇ ਆ। ਧੰਨ ਸ੍ਰੀ ਗੁਰੂ, ਇਹ ਵਾਹਿਗੁਰੂਆਂ ਦੇ ਵਾਹਿਗੁਰੂ ਆ। ਦਰਗਾਹ 'ਚ ਵੀ ਇਹ ਬੈਠੇ ਆ, ਇੱਥੇ ਵੀ ਇਹ ਆ। ਇਹ ਸਾਡਾ ਵੇਰਵਾ ਸਾਰੇ ਜੀਵਨ ਦਾ ਜਾਣਦੇ ਆ। ਕਿੰਨੀ ਵਾਰ ਅਸੀਂ ਜੰਮੇ ਆ ਤੇ ਕਿੰਨੀ ਵਾਰ ਮਰੇ ਆ। ਜਿੰਨੀ ਵਾਰ ਸੰਸਾਰ ਵਿੱਚ ਆਏ ਆ, ਖਾਲੀ ਆਏ ਤੇ ਖਾਲੀ ਤੁਰ ਗਏ। ਕਦੀ ਸਾਨੂੰ ਅਕਾਲ ਪੁਰਖ ਦੀ ਘਰ ਦਰਗਾਹ ਨਸੀਬ ਨਾ ਹੋਈ। ਤੇ ਯਾਦ ਰੱਖਿਓ, ਜਿੰਨੀ ਵਾਰ ਵੀ ਜੀਵ ਜਾਂਦਾ ਹੈ ਮਰ ਕੇ, ਜੇ ਇਹਦੇ ਕੋਲ ਸੱਚਾ ਨਾਮ ਰਾਹਦਾਰੀ ਨਹੀਂ, ਤੇ ਯਾਦ ਰੱਖਿਓ ਮੂੰਹ ਤੇ ਚਪੇੜਾਂ ਲਿਖੀਆਂ ਗੁਰਬਾਣੀ ਨੇ, ਤੈਨੂੰ ਪੈਣਗੀਆਂ ਵਾਪਸ ਭੇਜਿਆ ਜਾਏ। ਪਰ ਫਿਰ ਵੀ ਇਹਨੇ ਬਾਣੀ ਸੁਣੀ ਤੇ ਅਣਗਹਿਲੀ ਕੀਤੀ, ਕਿਉਂਕਿ ਸੱਚ ਜਾਣਿਓ। ਇੱਕ ਬਚਨ ਮੈਂ ਹੋਰ ਲੈ ਲਾ, ਅੱਲੇ ਮੈਂ ਉੱਥੇ ਵੀ ਰੁਕਿਆ, ਭਈ ਪ੍ਰਾਪਤ ਮਾਨ ਉਪਦੇ ਦੁਰੀਆ ਤੇ। ਇੱਕ ਬਚਨ ਹੁਣੇ ਆਪਾਂ ਪੜ੍ਹ ਕੇ ਹਟੇ, ਜਦੋਂ ਆਨੰਦ ਸਾਹਿਬ 14 ਆਨੰਦ ਨਹੀਂ ਇੱਥੇ ਹੈਗਾ, ਪੜ੍ਹਦੇ ਆਨੰਦ ਆ ਆਪਾਂ ਸਾਰੇ। ਗੁਰੂ ਸਾਹਿਬ ਨੇ ਕਿਹਾ ਆਨੰਦ ਸੁਣੋ, ਵੱਡ ਭਾਗੀ ਹੋ ਜਿਨਨੇ ਉਸ ਪ੍ਰਮਾਤਮਾ ਦੇ ਅਨਹਦ ਨਾਦ ਨੂੰ ਅੰਦਰੋਂ ਸੁਣਿਆ ਜੁੜ ਕੇ। ਕਹਿੰਦੇ ਉਹ ਵੱਡਿਆਂ ਭਾਗਾਂ ਵਾਲਾ ਅਨਹਦ ਨਾਦ ਸਾਰਿਆਂ ਦੇ ਅੰਦਰ ਗੂੰਜਦਾ, ਪਰ ਮਿਲਦਾ ਜੇ ਗੁਰੂ ਦੀ ਕਿਰਪਾ ਨਾਲ। ਮਿਲ ਜਾਵੇ ਉਹਦੇ ਪ੍ਰੇਮ ਦੇ ਵਿੱਚ ਟੁੱਟ ਕੇ, ਜਦੋਂ ਨਾਮ ਦੇ ਵਿੱਚ ਰਸ ਜਾਗੇ ਤੇ ਅਨਹਦ ਨਾਦ ਵਿੱਚ ਜਾਵਾਂਗੇ। ਅੱਗੇ ਚੱਲੀਏ। ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ। ਬੋਲੋ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ। ਅੱਗੇ ਤੁਸੀਂ ਬੋਲੋ ਕੀ ਕਹਿੰਦੇ ਗੁਰੂ ਸਾਹਿਬ? ਦੁੱਖ ਰੋਗ ਸੰਤਾਪ ਉਤਰੇ। ਇਹਦਾ ਮਤਲਬ ਤਿੰਨ ਰੋਗ ਸਾਨੂੰ, ਤਿੰਨ ਚੀਜ਼ਾਂ ਲੱਗੀਆਂ। ਇੱਕ ਦੁੱਖ ਲੱਗੇ ਆ, ਇੱਕ ਰੋਗ ਲੱਗੇ ਆ, ਤੇ ਇੱਕ ਸੰਸਾਰੀ ਤਾਪ ਚੜਿਆ ਸੀ। ਇਹ ਤਿੰਨ ਚੀਜ਼ਾਂ ਲੱਗੀਆਂ। ਤੇ ਗੁਰੂ ਸਾਹਿਬ ਕਹਿ ਰਹੇ ਇੱਥੇ ਵੀ ਜਿੰਨੇ ਇਹ ਸੁਣ ਲਿਆ, ਜਿੰਨੇ ਇਸ ਬਾਣੀ ਨੂੰ ਟਿਕ ਕੇ ਸੁਣਿਆ, ਸਰਵਣ ਕੀਤਾ, ਤੇ ਉਹਦੇ ਤਿੰਨੇ ਹੀ ਉਤਰ ਗਏ। ਉਤਰੇ ਜਿਸ ਇਸ ਅਨਹਦ ਨਾਦ ਬਾਣੀ ਨੂੰ ਜਿੰਨੇ ਸਰਵਣ ਕੀਤਾ, ਪ੍ਰੇਮ ਵਿੱਚ ਇਹਦੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਜਿਹੜੀ ਟੇਕੀ ਆ, ਕਹਿੰਦੇ ਉਹਦੇ ਲੈ ਗਏ। ਨਾ ਸੱਚ ਜਾਣਿਓ, ਅੱਜ ਤੱਕ ਅਸੀਂ ਬਾਣੀ ਨੂੰ ਸੁਣਿਆ, ਨਾ ਬਾਣੀ ਨੂੰ ਅਸੀਂ ਪ੍ਰੇਮ ਨਾਲ ਸਰਵਣ ਕੀਤਾ, ਤੇ ਸੱਚ ਜਾਣਿਓ ਦੀ ਗੱਲ ਕਹਿ ਦਿਆਂ। ਅਸੀਂ ਅੱਜ ਤੱਕ ਉਹਨੇ ਪ੍ਰੇਮ ਨਾਲ ਗੁਰਬਾਣੀ ਪੜ੍ਹੀ ਨਹੀਂ। ਤੇ ਮੇਰਾ ਗੁਰੂ ਕੀ ਕਹਿੰਦਾ, ਕਿਉਂਕਿ ਹੈ ਹੀ ਬੜੀ ਮਿੱਠੀ, ਜਿਹੜਾ ਇੱਕ ਵਾਰ ਜੁੜ ਗਿਆ ਟੁੱਟ ਨਹੀਂ ਸਕਦਾ। ਗੁਰੂ ਸਾਹਿਬ ਕਹਿੰਦੇ ਤੇਰੇ ਇੱਕ ਦੁੱਖ ਦਲਿੱਦਰ ਸਾਰੇ ਖਤਮ ਹੋ ਜਾਣਗੇ ਜਿੱਦਣ ਤੂੰ ਬਾਣੀ ਨੂੰ ਟਿਕ ਕੇ ਸੁਣ ਗਿਆ, ਸਰਵਣ ਕਰ ਗਿਆ। ਇਹਦਾ ਮਤਲਬ ਬਾਣੀ ਸੁਣੀ ਨਹੀਂ ਤੇ ਹੋਇਆ ਕੀ ਹੈ ਸਾਡੇ ਨਾਲ? ਇੱਕ ਕੰਮ ਸਾਡੇ ਨਾਲ ਹੋ ਗਿਆ, ਅਸੀਂ ਬਾਣੀ ਠੇਕੇ ਤੇ ਪੜਾਉਣੀ ਸ਼ੁਰੂ ਕੀਤੀ। ਤੁਸੀਂ ਕਿਹਾ ਖੰਡ ਪਾਠ ਰਖਾਉਣਾ, ਕੋਈ ਸਰੀਰ ਕਢਾਈ ਕਰ ਗਿਆ, ਕੋਈ ਦੋ ਗਿਆ, ਜਾਂ ਧੀਆ ਵਿਆਹ ਆ ਗਿਆ, ਪੁੱਤ ਵਿਆਹ ਆ ਗਿਆ, ਗੁਰਬਾਣੀ ਅਸੀਂ ਜੀ ਅਸੀਂ ਖੰਡ ਪਾਠ ਕਰਾਉਣਾ, ਸਾਨੂੰ ਗੁਰਦੁਆਰੇ ਨੇ ਕਿਹਾ ਕਰਾ ਲਓ, ਮਾਫ ਕਰੀ ਜਾਏ ਮੈਨੂੰ। ਇਹ ਸਾਡੀ ਹਾਲਤ ਦੱਸਣ ਲੱਗਾ ਮੈਂ, ਕਿਸੇ ਨਾਲ ਮੇਰਾ ਵੈਰ ਨਹੀਂ। ਫਿਰ ਉਹ ਤੇ ਹੋਇਆ ਕਿ ਫਿਰ ਅਸੀਂ ਖੰਡ ਪਾਠ ਘਰ ਕਰਾਉਣ ਲੈ ਗਏ, ਗੁਰੂ ਸਾਹਿਬ ਦਾ ਪ੍ਰਕਾਸ਼ ਘਰ ਲੈ ਗਏ। ਪਰ ਯਾਦ ਰੱਖਿਓ, ਜਿੰਨੇ ਆਪਾਂ ਪ੍ਰਕਾਸ਼ ਲੈ ਕੇ ਗਏ ਆ ਘਰ, ਤੁਸੀਂ ਵੀ ਲੈ ਕੇ ਗਏ ਬਵੀ। ਤੇ ਇਹ ਤਾਂ ਦੱਸੀਏ ਵੀ ਆਪਾਂ ਕਿੰਨੀ ਕਿੰਨੀ ਦੇਰ ਗੁਰੂ ਕੋਲ ਬਹਿ ਕੇ ਬਾਣੀ ਸੁਣੀ। ਬਾਣੀ ਸੁਣੀ ਨਹੀਂ, ਬਾਣੀ ਅਸੀਂ ਸੁਣੀ ਨਹੀਂ। ਅਸੀਂ ਤੇ ਜਦੋਂ ਗੁਰੂ ਸਾਹਿਬ ਨੂੰ ਘਰ ਖੜਿਆ, ਅਸੀਂ ਠੇਕਾ ਕੀਤਾ ਸੀ, ਕਿੰਨੀ ਤੁਹਾਡੀ ਭੇਟਾਂ, ਕਹਿੰਦਾ ਜੀ 1100। ਇਹਨਾਂ ਦੀ ਕੋਈ ਗੱਲ ਨਹੀਂ, 1100 ਦੇਵਾਂਗੇ, ਘਿਓ ਦੇ ਨਾਲ ਰੋਟੀਆਂ ਵੀ ਤੁਹਾਨੂੰ ਦੇਵਾਂਗੇ, ਸਭ ਕੁਝ ਅਸੀਂ ਕੀਤਾ, ਅਗਰਬੱਤੀਆਂ ਲਾ ਛੱਡੀਆਂ। ਤੇ ਅਸੀਂ ਤੇ ਸਾਰਾ ਗ੍ਰਸਤ ਦਾ ਸਮਾਨ ਹੀ ਇਕੱਠਾ ਕਰਦੇ ਮਰ ਗਏ। ਤੇ ਜਿੱਦਣ ਭੋਗ ਸੀ ਉਦੋਂ ਜਦੋਂ ਨੌਵੇਂ ਮਹੱਲੇ ਦੇ ਸ਼ਲੋਕ ਕਿਹਾ, ਅੱਜ ਉਹ ਭਾਈ ਸਾਹਿਬ ਵੀ ਨੌਵੇਂ ਮਹੱਲੇ ਦੇ ਸ਼ਲੋਕ ਚੰਗਾ ਲੱਗੇ, ਹੁਣ ਤੇ ਪਰਿਵਾਰ ਬੈਠੋ। ਉਦੋਂ ਅਸੀਂ ਕੋਲ ਬੈਠੇ, ਯਾਦ ਰੱਖਿਓ, ਜਿਹਨੇ ਸਾਰੀ ਬਾਣੀ ਨਹੀਂ ਸੁਣੀ, ਗੁਰੂ ਘਰ ਆਇਆ ਸੀ, ਗੁਰਬਾਣੀ ਸੁਣੀ ਨਾ, ਨੌਵੇਂ ਮਹੱਲੇ ਦੇ ਸ਼ਲੋਕਾਂ ਨੂੰ ਕੋਲ ਬੈਠੇ, ਉਹ ਵੀ ਰਿਸ਼ਤੇਦਾਰਾਂ ਦੇ ਮੂੰਹ ਵੇਖਦੇ ਲੰਘਿਆ, ਸਾਨੂੰ ਨਹੀਂ ਪਤਾ ਲੱਗਾ ਕਿ ਭਾਈ ਕਿਹੜੇ ਨੇ ਕਿਹੜਾ ਪਾਠ ਕੀਤਾ ਤੇ ਕੀ ਕੀਤਾ। ਇੱਥੋਂ ਸਭ ਤੋਂ ਪਹਿਲੀ ਗਿਰਾਵਟ ਸਾਡੇ ਸਿੱਖਾਂ 'ਚ ਆਈ, ਕਿਉਂਕਿ ਅਸੀਂ ਗੁਰਬਾਣੀ ਨਾਲ, ਗੁਰੂ ਨਾਲ ਟੁੱਟੇ। ਤੇ ਫਿਰ ਸਾਡੇ ਕੋਲ ਟਾਈਮ ਨਹੀਂ ਗੁਰਬਾਣੀ ਪੜ੍ਹਨ ਦਾ, ਕਿਉਂਕਿ ਸਾਡੇ ਕੋਲ ਬਾਕੀ ਕੰਮਾਂ ਨੂੰ, ਟੀਵੀ ਵੇਖਣ ਨੂੰ ਸਾਡੇ ਕੋਲ ਟਾਈਮ ਨਹੀਂ। ਆਖੋ ਵਾਹਿਗੁਰੂ।
ਟੀਵੀ ਵੇਖਣ ਨੂੰ ਸਾਡੇ ਕੋਲ ਟਾਈਮ ਜੇ ਵਾਧੂ, ਘੰਟਾ 2 ਘੰਟੇ ਬਵਾਂਗੇ, ਕੋਈ ਤਾਸ਼ ਖੇਡ ਰਿਹਾ, ਕੋਈ ਗੱਪਾਂ ਮਾਰ ਰਿਹਾ, ਬਜ਼ੁਰਗ ਅੱਜ ਵੇਖਣ ਨੂੰ ਮਿਲਦੇ ਆ, ਤਾਸ਼ ਖੇਡਣ ਦੇ ਖੜਿਆਂ ਦੇ ਉੱਤੇ ਬੈਠੇ, ਕਿਸੇ ਨੂੰ ਕੋ ਆਣ ਕੇ ਗੁਰਬਾਣੀ ਸੁਣਦੇ, ਸਾਡੇ ਗੁਰਦੁਆਰੇ ਭੀੜ ਕਿਉਂ ਜੀ? ਕਿਉਂਕਿ ਇੱਥੇ ਆਉਣ ਦਾ ਜਿੱਥੇ ਧਰਮ ਘੜਿਆ ਜਾਣਾ ਸੀ, ਉੱਥੇ ਸਾਡੇ ਕੋਲ ਸਮਾਂ ਨਹੀਂ ਰਿਹਾ। ਤੇ ਸਤਿਗੁਰੂ ਸਾਡੇ ਬੋਲੇ, ਇੱਥੇ ਭਈ ਪ੍ਰਾਪਤ, ਆਓ ਇੱਧਰ ਵੀ ਆਈ, ਭਈ ਪ੍ਰਾਪਤ ਮਾਨਵ ਦੇਵਰੀਆ ਗੋਬਿੰਦ ਮਿਲਣ ਕੀ। ਇਹਦਾ ਮਤਲਬ ਕਿ ਕਿਸੇ ਕੰਮ ਆਇਆ ਤੂੰ, ਭਈ ਯਾਰ ਜਿਹੜੀ ਤੈਨੂੰ ਦੇਹੀ ਮਿਲੀ ਆ, ਜਿਹੜਾ ਤੈਨੂੰ ਸਰੀਰ ਮਿਲਿਆ, ਇਹ ਕਿਸੇ ਕੰਮ ਆ। ਕਿਹੜੇ ਕੰਮ ਲਾਉਣਾ ਸੀ? ਸਰੇ ਉਹਦਾ ਇੱਕੋ ਕਾਜਾ, ਭਜੀ ਉਹਦਾ ਰੂਪਕ ਰਾਜਾ, ਇਹਦੇ ਇੱਕ ਕੰਮ ਨਹੀਂ ਸਰਿਆ, ਬਾਕੀ ਇਹਨੇ ਦੁਨੀਆ ਦੇ ਸਾਰੇ ਕੰਮ ਸਾਰੇ। ਆਖੋ ਵਾਹਿਗੁਰੂ, ਗੱਜ ਕੇ ਬੋਲਿਆ ਕਰੋ ਵਾਹਿਗੁਰੂ। ਭਈ ਪ੍ਰਾਪਤ ਮਾਨਵ ਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਅੱਗੇ ਪੜੋ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਇੱਥੇ ਇੱਕ ਗੱਲ ਮੈਂ ਹੋਰ ਕਹਿ ਜਾਂਦਾ, ਜਦੋਂ ਵੀ ਗੁਰਬਾਣੀ ਸਿੰਘ ਵਿਚਾਰੇ ਨਾ, ਕਿਤੇ ਗੁਰੂ ਨੇ ਸਾਨੂੰ ਕਿਰਤ ਸ਼ਬਦਾਂ ਨੂੰ ਨਹੀਂ ਕਿਹਾ ਨਾ। ਸਾਡੇ ਗੁਰੂ ਨੇ ਤੇ ਇਹ ਲਿਖਿਆ ਕਿ ਗੁਰਬਾਣੀ 'ਚ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣ ਜੀ। ਸਾਡੇ ਗੁਰੂ ਨੇ ਨਹੀਂ ਕਿਹਾ ਕਿਰਤ ਛੱਡ ਕੇ ਬਹਿ ਗਈ, ਇਹਦਾ ਨਹੀਂ, ਕਿਰਤ ਕਰ, ਕਿਰਤ ਕਮਾਈ ਕਰਕੇ ਉਹਦੇ ਵਿੱਚੋਂ ਦਸਵੰਧ ਕੱਢ ਤੇ ਉਹ ਗੁਰੂ ਪੰਥ ਦੇ ਨਮਿੱਤ ਲਾ, ਤਾਂ ਤੈਨੂੰ ਰਾਹ ਦੀ ਪਹਿਚਾਣ ਆਊਗੀ। ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗ ਭਜ ਕੇਵਲ ਨਾਮ। ਇੱਕ ਕਹਿੰਦੇ ਨਾਮ ਜਪੀ, ਪ੍ਰਮਾਤਮਾ ਦਾ ਬੰਦਗੀ ਕਰੀ, ਗੁਰਬਾਣੀ ਨੂੰ ਵਿਚਾਰ ਕੇ ਪੜੀ, ਤੇ ਜਦੋਂ ਸੰਗਤ ਰੂਪ ਇਕੱਠੇ ਹੋ ਤੇ ਕਿਤੇ ਵਾਹਿਗੁਰੂ ਬੋਲਿਓ, ਤੁਹਾਡੇ ਹਿਰਦੇ ਪਵਿੱਤਰ ਹੋਣਗੇ। ਅਸੀਂ ਸੰਗਤ ਵਿੱਚ ਸੱਚ ਜਾਣੇ ਹੋਣੇ ਵੀ ਆ, ਪਰ ਸਾਨੂੰ ਸੰਗਤ ਦੀ ਵੀ ਸੋਝੀ ਨਹੀਂ ਆਈ ਕਿ ਸੰਗਤ ਕਿਹਨੂੰ ਕਹਿੰਦੇ ਆ, ਕਿਉਂਕਿ ਸਾਰੀਆਂ ਗੱਲਾਂ ਕਰਨੀਆਂ ਪੈਣਗੀਆਂ ਪਿੰਡ ਆਗੋ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਈ ਜੀ। ਗੁਰੂ ਸਾਹਿਬ ਤੁਹਾਡੇ ਪਿੰਡ ਦੇ ਉੱਤੇ ਕਿਰਪਾ ਕਰਨ। ਆਓ 2 ਮਿੰਟ ਨਾਮ ਨਾਲ ਹੋਰ ਜੁੜੀਏ ਤੇ ਫਿਰ ਆਪਾਂ ਕਥਾ ਸ਼ੁਰੂ ਕਰੀਏ। ਕਿਰਪਾ ਕਰੋ ਸਾਰੇ ਨੂੰ ਦੱਸਣਾ, ਕੋਈ ਨਾ ਵਾਜੀ ਰਵੇ। ਅੱਗੇ ਮੈਂ ਤੁਹਾਡੇ ਸਾਹਮਣੇ ਅਵਸਰ ਵਿਸਾ ਰੱਖਣਾ, ਗੁਰੂ ਸਾਹਿਬ ਕਿਰਪਾ ਕਰਨ, ਜਿਰਦਾ ਬੋਲੇ ਤੁਹਾਡਾ ਵਾਹਿਗੁਰੂ 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 ਵਾਹਿਗੁਰੂ। ਥੋੜਾ ਜਿਹਾ ਜਪੜੀ ਨਾਮ ਆਇਆ, ਸਾਡਾ ਹੋਰ ਕੋਈ ਕੰਮ ਹੀ ਨਹੀਂ ਇੱਥੇ ਆਉਂਦਾ। ਵਾਹਿਗੁਰੂ 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 ਮਿਲ ਕੇ ਇੱਕ ਮਿੰਟ ਬੋਲੋ, ਵਾਹਿਗੁਰੂ 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 ਆਪਾਂ ਇੰਨੀ ਨਿਗਾਹ ਮਾਰਨੀ ਆ। ਕਬੀਰ ਸਾਹਿਬ ਕਹਿੰਦੇ ਉਹ ਸੰਸਾਰ ਦੇ ਲੋਕੋ, ਕਹਿ ਤੂੰ ਕਬੀਰ ਜੀਤ ਕੇ ਹਾਰ, ਉਹ ਹਾਰੇ ਹੋਏ ਨੇ ਕਿ ਜਿੱਤੇ ਬੈਠੇ ਜੇ। ਆਵਾਜ਼ ਪਤਾ ਕੀ ਆਈ? ਆਵਾਜ਼ ਪਤਾ ਕੀ ਆਈ? ਸੰਸਾਰ ਦੀ ਆਵਾਜ਼ ਇਹ ਆਈ ਵੀ ਹਾਰੇ ਆ। ਕਹਿਤ ਕਬੀਰ ਜੀਤ ਕੇ ਹਾਰ, ਬਹੁਬਿਦ ਕਹਿਓ ਪੁਕਾਰ ਪੁਕਾਰ। ਕਬੀਰ ਸਾਹਿਬ ਕਹਿੰਦੇ ਮੈਂ ਰੋਲਾ ਪਾ ਪਾ ਕੇ ਕਿਹਾ, ਉਹ ਸੰਸਾਰ ਦੇ ਲੋਕੋ ਇੱਕ ਗੱਲ ਤੇ ਦੱਸ ਦਿਓ, ਪ੍ਰਮਾਤਮਾ ਨੂੰ ਸਿਮਰਦੇ ਨਹੀਂ, ਕਦੀ ਉਹਨੂੰ ਯਾਦ ਨਹੀਂ ਕਰਦੇ। ਅੰਮ੍ਰਿਤ ਵੇਲਾ ਤੁਹਾਡੇ ਕੋਲ ਨਹੀਂ, ਗੁਰਬਾਣੀ ਤੁਹਾਡੇ ਕੋਲ ਨਹੀਂ, ਨਾਮ ਤੁਹਾਡੇ ਕੋਲ ਨਹੀਂ, ਜਿੱਤੇ ਜੇ ਕਿ ਹਾਰੇ ਬੈਠੇ ਜੇ। ਤੇ ਆਵਾਜ਼ ਆਈ ਵੀ ਹਾਰੇ ਹੋਏ ਆ, ਤੇ ਯਾਦ ਰੱਖਿਓ ਹਾਰੇ ਦੇ ਨਾਲ ਨਾ ਸੰਸਾਰ ਤੁਰਿਆ ਜੇ ਤੇ ਨਾ ਹੀ ਨਿਰੰਕਾਰ। ਕਿਉਂਕਿ ਜੇ ਹਾਰੇ ਇੱਥੋਂ ਚਲ ਗਏ ਤੇ ਅੱਗੇ ਜਾਂਦਿਆਂ ਵੀ ਕਿਸੇ ਦੀ ਕੁਛ ਨਹੀਂ। ਜਿਨ੍ਹਾਂ ਨੇ ਇੱਥੋਂ ਮਨ ਜੀਤੇ, ਬੋਲੋ ਮਨ ਜੀਤੇ, ਜਿਨ੍ਹਾਂ ਨੇ ਆਪਣੇ ਇਸ ਮਨੂਏ ਨੂੰ ਧਾਮਦੇ ਨੂੰ ਰੋਕ ਕੇ ਟਿਕਾ ਕੇ ਬਾਣੀ ਵਿੱਚ ਨਾਮ ਵਿੱਚ ਜਿੱਤਿਆ ਵਾ ਨਾ, ਕਹਿੰਦੇ ਉਹਨਾਂ ਦੀ ਜਿੱਤ ਹੋਈ ਆ ਸੰਸਾਰ ਵਿੱਚ ਤੇ ਦਰਗਾਹ ਵਿੱਚ। ਉਹ ਜਿੱਤੇ ਜਿਨ੍ਹਾਂ ਨੇ ਇੱਥੇ ਬਾਜੀ ਜਿੱਤੀ ਜੀਵਨ ਦੀ। ਆਖੋ ਵਾਹਿਗੁਰੂ। ਫਿਰ ਮੈਂ ਬਚਨ ਪੜ੍ਹਦੇ ਫਿਰ ਅੱਗੇ ਚੱਲਾਂ।
ਇਹ ਤੇਰਾ ਅਵਸਰ, ਇਹ ਤੇਰੀ ਵਾਰ, ਕਿਉਂਕਿ ਮੈਂ ਇਹਨੂੰ ਬਚਨ ਨੂੰ ਆਧਾਰ ਬਣਾਇਆ, ਵਾਰ-ਵਾਰ ਵੀ ਮੈਂ ਪੜ੍ਹ ਸਕਦਾ ਇਹਨੂੰ। ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਮੈਂ ਕਈ ਵਾਰ ਪੁਕਾਰ ਸੰਦੇ ਸੰਸਾਰ ਨੂੰ ਪੁੱਛਿਆ ਤੇ ਦੱਸਿਆ ਹਾਰੇ ਜੇ ਕਿ ਜਿੱਤੇ, ਕਹਿੰਦੇ ਆਵਾਜ਼ ਆਈ ਵੀ ਹਾਰੇ ਹੋਏ। ਤੇ ਕਹਿੰਦੇ ਫਿਰ ਕੀ ਤੇਰੇ ਕੋਲ ਗੁਰੂ ਹੈ? ਜੇ ਤੂੰ ਹਾਰਿਆ ਬੈਠਾ ਵਾ, 10 ਸੰਸਾਰ ਵਿੱਚ ਆਇਆ, ਸੰਸਾਰ ਵਿੱਚ ਜਨਮ ਲਿਆ, ਗੁਰੂ ਕੀਤਾ ਹੀ? ਕਹਿੰਦਾ ਨਹੀਂ, ਗੁਰੂ ਦੀ ਤਾਂ ਸਮਝ ਹੀ ਨਹੀਂ ਆਈ। ਅੱਜ ਵੀ ਸੱਚ ਜਾਣਿਓ, ਗੁਰੂ ਦੀ ਸਮਝ ਲੋਕਾਂ ਨੂੰ ਨਹੀਂ ਆ ਰਹੀ। ਜੇ ਸਮਝ ਹੁੰਦੀ ਨਾ ਤੇ ਇੱਕ ਥੱਲੇ ਹੁੰਦੀ, ਇੱਕ ਝੰਡੇ ਥੱਲੇ ਇਹ ਸੰਸਾਰ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਨਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, 4 ਵਰਨਾਂ ਕੋ ਸਾਂਝਾ, ਇੱਕੋ ਹੀ ਉਪਦੇਸ਼ ਆ, ਇੱਕੋ ਹੀ ਰਸਤਾ ਪਰਮਾਤਮਾ ਦੇ ਘਰ ਜਾਣ ਨੂੰ। 2 ਰਸਤੇ ਨਹੀਂ ਹੈਗੇ। ਇਹਦੇ ਘਰ ਮਿਲਣਾ ਤੇ ਮਿਲਣਾ ਪਰਮਾਤਮਾ ਨੂੰ ਆ। ਤੇ ਜਿੰਨੀ ਦੇਰ ਤੱਕ ਕਿਸੇ ਉੱਤੇ ਗੁਰੂ ਦੀ ਕਿਰਪਾ ਨਹੀਂ ਵਾਪਰਦੀ, ਓਨੀ ਦੇਰ ਤੱਕ ਯਾਦ ਰੱਖਿਓ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਆਪੇ ਮਿਲਣਗੇ ਆਪਾਂ, ਆਪਣੀ ਮਰਜ਼ੀ ਨਾਲ ਮੈਂ ਮਿਲ ਲੂ ਪਰਮਾਤਮਾ ਨੂੰ? ਮੈਂ ਤਾਂ ਕਾਹਦਾ ਮਿਲ ਲੈਣਾ ਸੀ। ਜਿੰਨੀ ਦੇਰ ਤੱਕ ਤੁਹਾਡੇ ਉੱਤੇ ਕਿਰਪਾ ਨਾ ਵਾਪਰੀ, ਗੁਰੂ ਦੀ ਕਿਰਪਾ ਨਾ ਹੋਈ, ਯਾਦ ਰੱਖਿਓ ਗੁਰੂ ਸਵਾਰਿਓ, ਕਦੀ ਤੁਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਮਿਲੋਗੇ ਉਦੋਂ ਜਦੋਂ ਗੁਰੂ ਮਿਹਰ ਕਰੇਗਾ, ਅੰਦਰ ਆਤਮੇ ਮਿਲਾ ਦੇਗਾ, ਜੀਦੀ ਜਾਨੇ ਮੁਕਤ ਕਰ ਦੇਗਾ। ਤੇ ਗੁਰੂ ਨੇ ਪੁੱਛਿਆ ਕਿ ਕਹਿੰਦੇ ਗੁਰੂ ਕੀਤਾ ਹੀ? ਕਹਿੰਦੇ ਨਹੀਂ। ਤੇ ਗੁਰੂ ਇੱਕ ਬਚਨ ਲਿਖਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਾਣੀ 'ਚ, ਕਹਿੰਦੇ ਗੁਰੂ ਸਾਹਿਬ ਕਹਿੰਦੇ ਤਿਸ ਕਾ ਪ੍ਰਵਾਸਾ ਕਿਉਂ ਕੀਜੇ ਮਨ ਮੇਰੇ, ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਕਹਿੰਦੇ ਕਿਉਂ ਇਹੋ ਜਿਹਾ ਦਾ ਭਰੋਸਾ ਕਰੀ ਬੇਟਾ, ਲਾਇਆ ਕਿ ਨਹੀਂ? ਇਹਨਾਂ ਨੂੰ ਛੱਡ ਕੇ ਸੰਸਾਰ ਦੀ ਹੋਰ ਵੀ ਟੇਕ ਹੈਗੀ ਹੈ ਕਿ ਨਹੀਂ? ਬੋਲੋ ਜੀ, ਆਖੋ ਵਾਹਿਗੁਰੂ। ਮੈਂ ਤਾਂ ਸੱਚ ਗੱਲ ਕਰਨ ਆਇਆ, ਕਿਸੇ ਨਾਲ ਮੇਰੀ ਲਾਗ ਡਾਟ ਨਹੀਂ, ਪਰ ਮੈਂ ਜੋ ਸੱਚ ਆ ਜ਼ਰੂਰ ਬੋਲਾਂਗਾ। ਗੁਰੂ ਸਾਹਿਬ ਦਾ ਬਚਨ ਆ, ਝੁਠਲਾ ਨਹੀਂ ਸਕਦੇ, ਜਿਹੜਾ ਮਰਜ਼ੀ ਇਹਦੇ ਅਰਥ ਕਰ ਲੇ। ਗੁਰੂ ਸਾਹਿਬ ਕਹਿੰਦੇ ਤਿਸ ਕਾ ਪ੍ਰਵਾਸਾ, ਮੇਰੇ ਨਾਲ ਬੋਲੋਗੇ ਜੇ ਬੋਲ ਸਕਦੇ ਜੇ ਤੇ ਬਾਣੀ ਬੋਲੋਗੇ? ਬੋਲੋ ਫਿਰ। ਤਿਸ ਕਾ ਪ੍ਰਵਾਸਾ ਕਿਉਂ ਕੀਜੇ ਮਨ ਮੇਰੇ, ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਕੀ ਅਰਥ ਕਰਾਂਗੇ ਇਹਦੇ ਆਪਾਂ? ਕਹਿੰਦੇ ਉਹਦੇ ਉੱਤੇ ਕਿਉਂ ਟੇਕ, ਉਹਦੇ ਉੱਤੇ ਕਿਉਂ ਆਸਰਾ ਲਾਈ ਫਿਰਦਾ, ਜਿਹੜਾ ਤੈਨੂੰ ਅੰਤ ਸਮੇਂ ਰੱਖ ਸਕਦਾ ਕੋਈ ਇਹਨਾਂ ਤੋਂ ਬਗੈਰ? ਬੰਦਾ ਅੱਜ ਇਹਨਾਂ ਨੂੰ ਛੱਡ ਕੇ ਬਾਹਰ ਚਲ ਗਿਆ, ਸਿੱਖ ਗਏ, ਹੋਰ ਵੀ ਕੌਮਾਂ ਗਈਆਂ ਤੇ ਦੁਕਾਨਦਾਰੀਆਂ ਬਣ ਗਈਆਂ, ਡੇਰੇ ਬਣਾ ਕੇ ਬਾਬੇ ਬਹਿ ਗਏ। ਆਖੋ ਵਾਹਿਗੁਰੂ। ਸੱਚ ਜਾਣਿਓ 3-3 ਕਰੋੜ ਨੂੰ ਮਗਰ ਲਾ ਕੇ ਤੇ ਆਤਮਾ ਦਾ ਘਾਤ ਕੀਤਾ ਜਾ ਰਿਹਾ, ਆਤਮਾ ਮਾਰ ਦਿੰਦੇ ਆ। 3-3 ਕਰੋੜ ਮਗਰ ਲਾਇਆ, ਕੋਈ ਆਪਣੇ ਆਪ ਦੀ ਸਮਝ ਨਹੀਂ ਤੇ ਲੋਕਾਂ ਨੂੰ ਨਾਮ ਵੰਡਿਆ ਜਾ ਰਿਹਾ, ਦੁਕਾਨਦਾਰੀਆਂ। ਉੱਥੇ ਤੁਹਾਡਾ ਹੋਣਾ ਕੀ ਆ? ਘਾਣ ਹੋਣਾ ਉੱਥੇ ਤੁਹਾਡੇ ਪੈਸੇ ਦਾ। 2 ਚੀਜ਼ਾਂ ਦਾ ਘਾਣ ਜ਼ਿਆਦਾ ਹੁੰਦਾ, ਪੈਸੇ ਦਾ ਤੇ ਇਸਤਰੀ ਦਾ। ਆਖੋ ਵਾਹਿਗੁਰੂ। ਇਹ ਚੀਜ਼ਾਂ ਦਾ ਘਾਣ ਕੀਤਾ ਜਾ ਰਿਹਾ ਉੱਥੇ। ਤੇ ਸਾਰੀ ਉਮਰ ਜਿਹੜਾ ਇੱਕ ਵਾਰ ਇਸ ਸਿਸਟਮ ਦੇ ਵਿੱਚ ਫਸ ਜਾਂਦਾ, ਫਿਰ ਉਹ ਨਿਕਲ ਨਹੀਂ ਸਕਦਾ। ਫਿਰ ਤੇ ਇੱਥੋਂ ਬੱਸਾਂ ਜਾਂਦੀਆਂ ਥਾਵਾਂ ਤੋਂ, ਟੈਂਪੂ ਜਾਂਦੇ ਆ, ਬੱਸਾਂ ਲੱਗੀਆਂ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਭਰ ਕੇ ਉੱਥੇ ਜਾ ਕੇ ਕੀ ਖਾਧਾ, ਕੀ ਪੀਤਾ, ਕੀ ਕੀਤਾ, ਉੱਥੋਂ ਫਿਰ ਵਾਪਸ ਉਹੀ ਕੁਝ। ਇਹ ਬਣ ਗਈਆਂ ਦੁਕਾਨਦਾਰੀਆਂ ਨਾਮ ਵੰਡਣ ਨੂੰ। ਸਤਿਗੁਰੂ ਹੁਣ ਵੇਖੋ ਕੀ ਕਹਿੰਦੇ ਆ, ਤਿਸ ਕਾ ਪਰਵਾਸਾ ਕਿਉਂ ਕੀਜੇ ਮਨ ਮੇਰੇ। ਕਹਿੰਦੇ ਕਿਉਂ ਕਿਸੇ ਉੱਤੇ ਭਰੋਸਾ, ਕਿਸੇ ਉੱਤੇ ਆਸ ਲਾਈ ਬੈਠਾ ਵੀ ਫਲਾਣਾ ਬੰਦਾ ਤੈਨੂੰ ਤਾਰ ਦੂ। ਮਾਨੂ ਕੀ ਟੇਕ ਬਿਰਥੀ ਜਬ ਜਾਣ, ਇੱਕ ਦੇਵਨ ਕੋ ਇੱਕ ਭਗਵਾਨ। ਕਹਿੰਦੇ ਮਨੁੱਖ ਉੱਤੇ ਕਿਸੇ ਬੰਦੇ ਉੱਤੇ ਟੇਕ, ਕਿਸੇ ਬੰਦੇ ਉੱਤੇ ਆਸਰਾ ਓਟ ਨਾ ਲਾ ਲਈ, ਕਿਉਂਕਿ ਯਾਦ ਰੱਖੀ ਜਿਸ ਦਿਨ ਸਰੀਰ ਛੱਡ ਕੇ ਤੂੰ ਇੱਥੋਂ ਚਲਿਆ ਗਿਆ, ਕਹਿੰਦੇ ਦਰਗਾਹ ਵਿੱਚ ਤੈਨੂੰ ਥਾਂ ਨਹੀਂ ਦਵਾ ਸਕਦਾ, ਪੂਰਾ ਗੁਰੂ ਥਾਂ ਦਵਾਏਗਾ। ਜਿੰਨੀ ਦੇਰ ਸਾਡੇ ਸਿਰ ਦੇ ਉੱਤੇ ਪੂਰਾ ਗੁਰੂ ਨਹੀਂ, ਯਾਦ ਰੱਖਿਓ ਦਰਗਾਹ ਵਿੱਚ ਥਾਂ ਨਹੀਂ। ਤੇ ਅਸੀਂ ਪੂਰੇ ਗੁਰੂ ਨਾਲ ਤੇ ਟੁੱਟੇ ਤੁਰੇ ਫਿਰਦੇ ਆ। ਤਿਸ ਕਾ ਪ੍ਰਵਾਸਾ ਕਿਉਂ ਕੀਜੇ ਮਨ ਮੇਰੇ, ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਹਰ ਜਪ ਗੁਰ ਉਪਦੇਸ਼ ਲੈ ਜਪੋ, ਹਰ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿੰਦੇ ਕੀ ਕਰੀਏ? ਕਹਿੰਦੇ ਗੁਰੂ ਕੋਲ ਜਾ, ਗੁਰੂ ਕੋਲ ਮੰਤਰ। ਤੇ ਗੁਰੂ ਕੀ ਕਰਦਾ ਜਦੋਂ 5 ਪਿਆਰੇ ਕੀ ਕਰਦੇ ਆ? ਨਾਮ ਅੰਮ੍ਰਿਤ ਦਿੰਦੇ ਆ। ਨਾਮ ਅੰਮ੍ਰਿਤ ਦੇ ਕੇ ਤੇ ਜੀਵਨ ਦੀ ਦ੍ਰਿੜਤਾ ਕਰਾਉਂਦੇ ਆ, ਉਪਦੇਸ਼ ਕਰਦੇ ਆ।
ਕਿਹੜੇ ਕੰਮ ਕਰਨੇ ਕਿਹੜੇ ਨਹੀਂ, ਤੇਰਾ ਜੀਵਨ ਕਿਸ ਤਰ੍ਹਾਂ ਦਾ ਹੋਵੇ, ਤੂੰ ਪ੍ਰੇਮ ਨਾਲ ਕਿਵੇਂ ਗੁਰੂ ਦੇ ਚਰਨਾਂ ਨਾਲ ਲਿਪਟਣਾ, ਇਹ ਸਾਰੀ ਦ੍ਰਿੜਤਾ ਪੰਜ ਪਿਆਰੇ ਕਰਾਉਂਦੇ ਆ। ਹਰ ਜਪ ਗੁਰ ਉਪਦੇਸ਼ ਲੈ ਜਪੋ, ਤਿੰਨ ਅੰਤ ਛਡਾਏ। ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਲਿਆ ਕੀ ਹੋ ਜਾਣਗੇ, ਕਹਿੰਦੇ ਅੰਤ ਵੇਲੇ ਨੂੰ ਉਹ ਵੀ ਛੁੱਟ ਜਾਣਗੇ। ਬੱਝਾ ਸਾਰਾ ਸੰਸਾਰ ਫਾਈਆਂ ਦੇ ਵਿੱਚ ਬੱਝਾ ਸਮਝ ਨਹੀਂ ਆ ਰਹੀ। ਹਰ ਜਪ ਗੁਰਮੰਤ ਉਪਦੇਸ਼ ਲੈ ਜਪੋ, ਹਰ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਕਹਿੰਦੇ ਜਿਨ੍ਹਾਂ ਦੇ ਚਿੱਤ ਅੰਦਰ ਪ੍ਰਮਾਤਮਾ ਦੇ ਘਰ ਦੀ ਪ੍ਰੀਤ ਆ, ਉਹਦੇ ਨਾਲ ਪ੍ਰੇਮ ਪਾ ਕੇ ਬੈਠੇ ਆ, ਕਹਿੰਦੇ ਯਾਦ ਰੱਖੋ ਉਹ ਛੁੱਟ ਜਾਂਦੇ ਆ, ਦੂਜਾ ਨਹੀਂ ਛੁੱਟ ਸਕਦਾ। ਨਾਨਕ ਅੰਨ ਦਿਨ ਹਰ ਨਾਮ ਧਿਆਵੋ ਸੰਤੋ। ਹੁਣ ਸੰਤ ਕੋਈ ਲੱਭਣ ਨਾ ਤੁਰ ਪਿਓ, ਆਦਤ ਹੁੰਦੀ ਸਾਡੀ ਅੱਖ ਵੇਖਣ ਵੀ ਕਿਉਂ ਨਹੀਂ ਆ ਚੋਲੇ ਵਾਲਾ ਸੰਤ ਹੀ ਹੋ। ਯਾਦ ਰੱਖਿਓ ਸੰਤ ਪੈਂਟ ਕਮੀਜ਼ 'ਚ ਵੀ ਹੋ ਸਕਦਾ ਜੀ, ਕੋਟ ਪੈਂਟ ਦੇ ਵਿੱਚ ਵੀ ਹੋ ਸਕਦਾ ਜੀ। ਸੰਤ ਕਿਸੇ ਚੋਲੇ ਦਾ ਨਾਂ ਨਹੀਂ, ਸੰਤ ਆਤਮਾ ਦਾ ਅੰਦਰ ਅਵਸਥਾ ਦਾ ਨਾਮ ਹੈ ਸੰਤ। ਸਾਧ ਜਿਨੇ ਅੰਦਰ ਸਾਧ ਲਿਆ, ਜਿਨੇ ਪੰਜੇ ਵਕਾਰ ਮਾਰਦੇ ਆ, ਉਹਨੂੰ ਕਹਿੰਦੇ ਸਾਧਿਆ ਹੋਇਆ, ਇਹ ਪੂਰਨ ਸੰਤ ਆ। ਮਿਲਿਆ ਜੀ ਕੋਈ ਵੇਖਿਆ ਜੀ ਆਪੋ ਵਾਹਿਗੁਰੂ। ਜਿਨ੍ਹਾਂ ਦੇ ਆਪਾਂ ਗੱਲ ਕਰਦੇ, ਜਿਨ੍ਹਾਂ ਨੇ ਦੁਕਾਨਦਾਰੀਆਂ ਬਣਾਈਆਂ, ਤੁਸੀਂ ਉਹਨਾਂ 'ਚ ਕੋਈ ਵੇਖਿਆ ਹੋਵੇ ਮੈਨੂੰ ਜ਼ਰੂਰ ਦੱਸਿਓ। ਕੋਈ ਫਲਾਣਾ ਸੰਤ ਸੀ ਜੀ ਬੜਾ ਪੂਰਾ ਸੀ। ਹੈਨ ਵਿਰਲੇ, ਖਤਮ ਨਹੀਂ ਹੋਏ, ਬਾਣੀ ਦੇ ਨਾਲ ਚੱਲਾਂਗੇ। ਹੈਨ ਵਿਰਲੇ ਨਾਹੀ ਘਣੇ ਫੈਲ ਪਕੜ ਸੰਸਾਰ। ਹੈਗੇ ਆ, ਗਏ ਨਹੀਂ, ਪਰ ਜਿਨ੍ਹਾਂ ਨੇ ਉਹਨੂੰ ਪਾਲਿਆ ਫਿਰ ਉਹ ਉਹਦੇ ਆਨੰਦ ਵਿੱਚ ਜੁੜ ਗਏ। ਰੌਲਾ ਨਹੀਂ ਪਾਇਆ ਉਹਨਾਂ ਨੇ, ਇੱਥੇ ਤੇ ਇੱਟ ਪੁੱਟਿਆ, ਇਹ ਨਹੀਂ ਫਲਾਣੇ ਬ੍ਰਹਮ ਗਿਆਨੀ, ਫਲਾਣੇ ਮਹਾਂਪੁਰਸ਼, ਫਲਾਣੇ ਸੰਤ ਤੁਹਾਡੇ ਪਿੰਡ ਆ ਰਹੇ। ਫਿਰ ਝੂਮ ਝੂਮ ਕੇ ਪਿੰਡ ਆਇਆ, ਬੱਲੇ ਜੀ ਇਹ ਤੇ ਬੰਦਾ ਹੀ ਬੜਾ ਵੱਡਾ ਆ ਗਿਆ ਸਾਡੇ ਪਿੰਡ, ਸਾਨੂੰ ਸਮਝ ਨਾ ਆਈ। ਇਹਨਾਂ ਨਾਲੋਂ ਵੱਡਾ ਹੈਗਾ ਕੋਈ? ਜਿਹੜਾ ਤੁਹਾਡਾ ਗੁਰੂ ਆ, ਸਿੱਖ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਾਣੀ ਗੁਰੂ ਤੇ ਕਹਿੰਦੇ ਆ ਕਿ ਮੰਨਦੇ ਜੀ, ਦੋਵਾਂ 'ਚ ਫੈਸਲਾ ਦਿਓ, ਮੰਨਦੇ ਆ ਕਿ ਕਹਿੰਦੇ ਆ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ। ਪ੍ਰਤੱਖ ਗੁਰੂ, ਪ੍ਰਤੱਖ ਗੁਰੂ, ਪ੍ਰਤੱਖ ਗੁਰੂ। ਮੈਂ 3 ਵਾਰ ਤਾਂ ਬੋਲਿਆ ਕਿ ਤੁਹਾਨੂੰ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਗੁਰੂ ਹਾਜ਼ਰ ਨਾਜ਼ਰ। ਇੱਕ ਪਾਸੇ ਅਸੀਂ ਕਿਹਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸੁਜੇ ਵੱਡਾ ਵਰਨਾ ਕੋਈ, ਦੂਜੇ ਪਾਸੇ ਜਾ ਕੇ ਦੁਨੀਆ ਕਹਿੰਦੀ ਆ ਇਹ ਬਾਬੇ ਵਰਗਾ। ਇਹੀ ਸਤਿਗੁਰੂ ਆ ਜੀ, ਹੋਰ ਕੋਈ ਹੈ ਹੀ ਨਹੀਂ। ਉਹ ਦੁਕਾਨਦਾਰੀ ਤੋਂ ਨਾਮ ਲਿਆ, ਛੁੱਟ ਜਾਣਗੇ, ਛੁੱਟ ਜਾਓਗੇ। ਜਿੰਨੇ ਆ ਬਣੇ ਫਿਰਦੇ ਆ ਬਾਬੇ ਮਹਾਂਪੁਰਖ ਦੂਜੇ, ਯਾਦ ਰੱਖਿਓ ਇਹ ਗੱਲ। ਇੱਥੇ ਸਰੀਰ ਤੱਕ ਚੱਲ ਜਾਗੇ ਨਾ, ਇੱਥੇ ਜਾ ਕੇ ਤੁਸੀਂ ਡੇਰੇ ਦੇ ਘੁੰਮ ਕੇ ਆਏ ਤੇ ਆਗੇ ਪਹੁੰਚ ਗਏ, ਤੇ ਯਾਦ ਰੱਖਿਓ ਜਿਸ ਦਿਨ ਸਰੀਰ ਛੁੱਟ ਕੇ ਆਤਮਾ ਦੇ ਨਾਲ ਕੌਣ ਤੁਰੂ। ਇੱਕ ਬਚਨ ਲਿਖਿਆ ਜੀ ਗੁਰਬਾਣੀ 'ਚ, ਇੱਕ ਬਚਨ ਲਿਖਿਆ ਮੈਂ ਕਰਦਾ ਸਾਂਝਾ ਤੁਹਾਡੇ ਨਾਲ। ਕਹਿੰਦੇ ਯਾਦ ਰੱਖਿਓ ਸੰਸਾਰ ਦੇ ਲੋਕੋ, ਜਿੱਦਣ ਸੰਸਾਰ ਤੋਂ ਜਾਓਗੇ, ਜੇ ਪੂਰੇ ਗੁਰੂ ਵਾਲੇ ਹੋਗੇ ਤੇ ਗੁਰੂ ਬਾਂਹ ਫੜ ਲੇਗਾ, ਨਹੀਂ ਤੇ ਕਹਿੰਦੇ ਨਾਲ ਤੁਰਨ ਵਾਲਾ ਕੋਈ ਨਹੀਂ। ਕਿਸੇ ਨੇ ਨਹੀਂ ਇੱਥੋਂ ਜਾਣਾ। ਸੋਚ ਕੇ ਵੇਖੋ, ਇੱਥੋਂ ਮਾਂ ਤੁਰ ਲੱਗਿਆ, ਪੁੱਤ ਜੇ ਚੜ੍ਹਾਈ ਕਰ ਜੇ ਤੇ ਮਾਂ ਨਾਲ ਚੱਲ ਜੂ। ਮਾਂ ਵੀ ਨਹੀਂ ਜਾਣੀ, ਪਿਤਾ ਵੀ ਨਹੀਂ ਜਾਣਾ, ਕੋਈ ਭੈਣ ਭਾਈ, ਕੋਈ ਸਾਕ ਸੰਬੰਧੀ, ਨਿਗਾਹ ਮਾਰ ਕੇ ਵੇਖ ਲਓ ਕੋਈ ਹੈ ਜੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਦੂਜੀ ਅਸ਼ਟਪਦੀ 'ਚ ਕਿਹਾ ਸੁਖਮਣੀ ਸਾਹਿਬ ਦੇ ਅੰਦਰ, ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ। ਇੱਕ ਨਾਮ ਜਾਣਾ ਹੀ ਭਲਿਆ ਲੋਕਾਂ, ਬਾਕੀ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ। ਮੋਹਰ ਲਾਤੀ ਗੁਰਬਾਣੀ 'ਚ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ। ਸੰਗ ਸਹਾਈ ਜਹ ਮਾਂ ਭਿਆਨ ਦੂਤ ਜਬ ਦਲੇ, ਤੈ ਕੇਵਲ ਨਾਮ ਸੰਗ ਤੇਰੇ ਚੱਲੇ। ਇੱਕ ਪਰਮਾਤਮਾ ਦਾ ਨਾਮ ਤੇਰੇ ਨਾਲ ਜਾਏਗਾ, ਦੂਜੀ ਚੀਜ਼ ਨਹੀਂ ਜਾਣੀ। ਸਾਨੂੰ ਭਰੋਸਾ ਨਹੀਂ ਆਇਆ ਹੈਗਾ, ਕੋਈ ਗੱਲ ਨਹੀਂ, ਦਿਨ ਰਾਤ ਮਿਹਨਤ ਕਰਾਂਗੇ, ਸਾਨੂੰ ਪਤਾ ਨਾ ਲੱਗਾ ਵੀ ਕੁਝ ਨਾਲ ਚੱਲੂ ਕਿ ਨਹੀਂ ਜਾਣਾ। ਜਿਸ ਦਿਨ ਇਹ ਕਿਸੇ ਦੀ ਮਰਗ ਦੇ ਮਗਰ ਗਿਆ ਸੀ, ਇਹਦੀ ਕਿਸੇ ਦੀ ਡੈਥ ਹੋਈ ਪਿੰਡ 'ਚ ਜਾਂ ਸ਼ਹਿਰ 'ਚ ਲਾ ਲਓ, ਕਿਤੇ ਮਗਰ ਗਿਆ ਤੇ ਉਨੀ ਕੁ ਦੇਰ, ਜਿੰਨੀ ਦੇਰ ਇਹ ਸ਼ਮਸ਼ਾਨ ਘਾਟ ਗਿਆ, ਇਹਨੂੰ ਸਮਝ ਆਈ ਵੀ ਵਾਕਿਆ ਹੀ ਨਾਲ ਕੁਝ ਨਹੀਂ ਜਾਣਾ। ਤੇ ਜਦੋਂ ਉਹ ਸ਼ਮਸ਼ਾਨ ਘਾਟ ਤੋਂ ਬਾਹਰ ਆਇਆ, ਇਹ ਉਸੇ ਤਰ੍ਹਾਂ ਫਿਰ ਇਹਨੂੰ ਹਵਾ ਵੱਜੀ ਸੰਸਾਰ ਦੀ, ਉਹਦੇ ਵਿੱਚ ਖੋ ਗਿਆ। ਕਹਿੰਦਾ ਕੋਈ ਗੱਲ ਨਹੀਂ, ਸਭ ਕੁਝ ਜਾਣਾ। ਕਹਿੰਦਾ ਜੀ ਪੈਸੇ ਲੈ ਜਾਓ, ਕਹਿੰਦਾ ਹੁਣੇ ਆ ਗਿਆ।
ਫਿਰ ਦੌੜ ਭੱਜ ਇਹਦੀ ਉੱਥੇ ਚਲ ਗਈ। ਰਾਤ ਨੂੰ ਸੁੱਤਾ, 2 ਦਿਨਾਂ ਨੂੰ ਉਹਨੂੰ ਭੁੱਲ ਗਏ। ਸਾਨੂੰ ਸਮਝ ਆਇਆ ਵੀ ਗਵਾਂਢੀ ਤੁਰ ਗਿਆ, ਮਵੀ ਚਲਿਆ ਜਾਣਾ ਸੰਸਾਰ ਤੋਂ, ਮੈਂ ਪ੍ਰਾਹੁਣਾ। ਗਿਣਿਆ ਜੇ ਕਦੀ, ਗਿਣਿਆ ਜੇ ਕਦੀ ਆਪਣੇ ਆਪ ਨੂੰ ਅਸੀਂ ਪ੍ਰਾਹੁਣੇ ਹਾਂ? ਕਹਿੰਦੇ ਜੇ ਜਾਣ ਲੱਗਿਆ ਇੱਥੋਂ ਸੰਸਾਰ ਤੋਂ ਕੋਈ ਜਾਊ, ਕਹਿੰਦੇ ਇੱਕ ਗੁਰੂ ਹੈਗਾ ਜੇ ਤੇਰੇ ਨਾਲ ਜਾਊਗਾ, ਬਾਕੀ ਤੇਰੇ ਨਾਲ ਨਾਮ ਤੋਂ ਬਗੈਰ, ਗੁਰੂ ਤੋਂ ਬਗੈਰ ਕਿਸੇ ਨੇ ਨਹੀਂ ਜਾਣਾ। ਤੇ ਬਚਨ ਲਿਖਿਆ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਉਜਲ ਕਹਿਆ ਚਿਲਕਣਾ, ਕੋਟਮ ਕਾਲੜੀ ਮਸ, ਧੋਤਿਆ ਜੂਠ ਨਾ ਉਤਰੇ, ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ। ਉਹ ਸੱਜਣਿਆ ਜਦੋਂ ਤੈਨੂੰ ਸਰੀਰ ਹੀ ਤਾਂ ਤੂੰ ਛੱਡੇਗਾ, ਸਰੀਰ ਨਾਲੋਂ ਵੱਖਰਾ ਹੋਏਗਾ। ਨਹੀਂ ਤੇ ਉਹਨਾਂ ਨੇ ਤੇ ਕਰ ਲੈਣਾ ਆਣ ਕੇ, ਉਹਨਾਂ ਦੇ ਕੁੱਟ ਤੇ ਮਾਰ ਕਰਦਿਆਂ, ਆਹ ਕਰਦਿਆਂ ਗੁਰਬਾਣੀ ਨੇ ਕਿਹਾ ਵੀ ਲੈ ਜਾਣਗੇ ਤੇਰੀ ਆਤਮਾ ਨੂੰ ਧੂਦੇ ਕੁੱਟ ਮਾਰ ਕਰਦੇ। ਮੇਰਾ ਸਤਿਗੁਰ ਕਹਿੰਦਾ ਕੋਈ ਗੱਲ ਨਹੀਂ, ਜਿਸ ਦਿਨ ਤੇਰਾ ਆਖਰੀ ਟਾਈਮ ਆਏਗਾ, ਯਾਦ ਰੱਖਿਓ ਸੰਸਾਰ ਜਾਂਦਾ ਵੱਖਰਾ ਜੇ ਤੇ ਗੁਰਮੁਖ ਜਾਂਦਾ ਵੱਖਰਾ ਜੇ, ਦੋਵਾਂ ਦੀ ਮੌਤ ਵੀ ਲੱਗ ਜੇ। ਕਿਉਂਕਿ ਗੁਰਮੁਖ ਸੱਚ ਜਾਣਿਓ ਮਰਦਾ ਹੀ ਨਹੀਂ। ਬਾਣੀ ਨੇ ਕਿਹਾ, ਬਾਣੀ ਸਾਡੀ, ਫਿਰ ਗੱਲ ਮੈਂ ਤੁਹਾਡੇ ਨਾਲ ਕਰਾਂ, ਮੇਰੇ ਵੱਲ ਵੇਖੋ ਇੱਕ ਵਾਰ ਸਾਰੇ ਜਿਹੜੇ, ਆਖੋ ਵਾਹਿਗੁਰੂ। ਗੁਰਬਾਣੀ ਸੱਚ ਹੈ ਨਾ, ਤੇ ਅਸੀਂ ਹੈਗੇ ਆ ਝੂਠ, ਤੇ ਝੂਠ ਦਾ ਤੇ ਸੱਚ ਦਾ ਤਾਲਮੇਲ ਨਹੀਂ ਹੁੰਦਾ, ਤਾਂ ਕਹਿੰਦੇ ਆ ਪਤਾ ਨਹੀਂ ਕਰਦੇ ਕਿ ਨਹੀਂ। ਪਰ ਯਾਦ ਰੱਖਿਓ ਗੁਰਮੁਖ ਕਦੀ ਮਰਦਾ ਹੀ ਨਹੀਂ। ਲਿਖਿਆ ਹੋਵੇ ਕਿ ਭਾਈ ਸਾਹਿਬ ਬਾਣੀ ਪੜ੍ਹਦੇ ਆ, ਤੁਹਾਡੇ ਵੀਰ ਤੁਹਾਡੇ ਵਿੱਚੋਂ ਬਾਣੀ ਪੜ੍ਹਨ ਵਾਲੇ ਬੈਠੇ ਆ, ਗੁਰਬਾਣੀ ਪੜ੍ਹਨ ਵਾਲੇ ਬੈਠੇ ਜੀ, ਕੋਈ ਸ਼ਬਦ ਮੈਨੂੰ ਇੱਕ ਵੀ ਦੱਸੋ ਕਿਤੇ ਲਿਖਿਆ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਵੀ ਗੁਰਮੁਖ ਮਰ ਗਿਆ? ਬੋਲੋ, ਇੱਕ ਗੱਲ ਦਾ ਜਵਾਬ ਦਿਓਗੇ? ਹੁਣ ਤੁਹਾਡੇ ਕੋਲ ਜਵਾਬ ਵੀ ਮੈਂ ਲੈ ਲੈਂਦਾ। ਸ਼ਹੀਦਾਂ ਦੇ ਕਦੀ ਗਏ ਜੇ ਦਰਬਾਰ ਸਾਹਿਬ? ਇੱਕ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਂਦੇ, ਇੱਕ ਸ਼ਹੀਦਾਂ ਦੇ ਗਈਆਂ ਭੈਣਾਂ? ਬਾਬਾ ਦੀਪ ਸਿੰਘ ਦਾ ਜਿਹੜਾ ਸਥਾਨ ਆ, ਗਈਆਂ ਨੇ ਕਦੀ ਕਦੀ? ਵੀਰ ਗਏ ਕਦੀ? ਬੋਲ ਕੇ ਜਵਾਬ ਦੇ, ਚੁੱਪ ਹੀ ਕਰਕੇ ਗਏ? ਕਦੀ ਕਿਸੇ ਨੇ ਕਿਹਾ ਜਾ ਕੇ ਉੱਥੇ ਬਾਬਾ ਦੀਪ ਸਿੰਘ ਮਰ ਗਿਆ? ਬੋਲੋ, ਤੁਹਾਨੂੰ ਪਤਾ ਜਿੰਦਾ ਕਿ ਨਹੀਂ? ਬੋਲੋ ਨਾ, ਤੁਹਾਨੂੰ ਪਤਾ ਜਿੰਦਾ? ਤੇ ਜੇ ਜਿੰਦਾ ਤੇ ਹੈਗਾ ਮੌਜੂਦ ਆ, ਚਮਕੌਰ ਦੀ ਗੜੀ 'ਚ ਕਦੀ ਗਏ? ਕਦੀ ਉੱਥੇ ਜਾ ਕੇ ਗੁਰੂ ਬਹਿ ਕੇ ਕਦੀ ਟੇਕੇ ਕੀਤਾ ਜੇ? ਪਤਾ ਲੱਗਦਾ ਕਿ ਉੱਥੇ ਬਾਬਾ ਜੀਤ ਸਿੰਘ ਹੈਗਾ, ਬਾਬਾ ਜੁਝਾਰ ਸਿੰਘ ਹੈਗਾ? ਕਦੀ ਤੁਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗਏ ਹੋ? ਬਾਬਾ ਜੋਰਾਵਰ ਸਿੰਘ ਹੈਗਾ, ਬਾਬਾ ਫਤਿਹ ਸਿੰਘ ਅਜੇ ਵੀ ਹੈਗਾ, ਇਹਨਾਂ ਨੇ ਮਰਨਾ ਨਹੀਂ। ਤੇ ਭਾਈ ਸਾਹਿਬ ਭਾਈ ਮਣੀ ਸਿੰਘ ਹੈਗੇ, ਭਾਈ ਤਾਰੂ ਸਿੰਘ ਹੈਗੇ, ਜਿੰਨੇ ਸਿੰਘਾਂ ਦੇ ਨਾਲ ਕਰਾਵਾਂ, ਇੱਕ ਵੀ ਕਹਿ ਦਿਓ ਤੁਹਾਡੇ ਦੀ ਜ਼ੁਬਾਨ ਕੋਈ ਕਹੇ ਕਿ ਫਲਾਣਾ ਮਰ ਗਿਆ ਸੀ। ਗੁਰਮੁਖ ਨਹੀਂ ਮਰਦਾ ਕਦੀ, ਤੇ ਮਨਮੁਖ ਨੂੰ ਟਿਕਾਣਾ ਨਹੀਂ। ਮਨਮੁਖ ਰੋਜ਼ ਮਰਦਾ ਤੇ ਰੋਜ਼ ਜੰਮਦਾ, ਰੋਜ਼ ਮੌਤ ਹੁੰਦੀ ਹੈ ਜੀ, ਪੈਰ ਤੇ ਮੌਤ ਹੈ ਜੀ, ਕਿਉਂਕਿ ਗੁਰਮੁਖ ਕੋਲ ਨਾਮ ਹੀ ਨਹੀਂ ਹੈ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਵਾਹਿਗੁਰੂ, 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 ਵਾਹਿਗੁਰੂ। ਇੱਕ ਬਚਨ ਮੈਂ ਕਰਨਾ ਚਾਹੁੰਦਾ ਪਹਿਲਾਂ ਤੁਹਾਡੇ ਨਾਲ ਸਾਂਝਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ, ਫਿਰ ਆਪਾਂ ਹੋਰ ਅੱਗੇ ਚੱਲਦੇ ਹਾਂ। ਵੇਖੋ ਬਾਣੀ 'ਚ ਸਤਿਗੁਰੂ ਜੀ ਕਹਿੰਦੇ ਆ, ਕਹਿੰਦੇ ਰਾਮ ਭਜ ਜਨਮ ਸਿਰਾਤ ਹੈ। ਕਹਿੰਦੇ ਹੇ ਭਲਿਆ ਲੋਕਾ, ਕੌਣ ਕਹਿ ਰਿਹਾ? ਬਾਣੀ ਪੜ੍ਹਦੇ ਜੀ, ਮੈਂ ਨਾਮ ਹੀ ਲਿਆ ਉਹਨਾਂ ਦਾ, ਮਹਾਂਪੁਰਖ ਸਾਡਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਕਹਿੰਦੇ ਰਾਮ ਭਜ ਜਨਮ ਸਿਰਾਤ ਹੈ। ਕਹਿੰਦੇ ਭਲਿਆ ਲੋਕਾ ਸਿਰਫ ਨਾਮ ਜਪ, ਪਰਮਾਤਮਾ ਦੀ ਬੰਦਗੀ ਕਰ, ਹਰ ਵੇਲੇ ਉਹਨੂੰ ਯਾਦ ਕਰ, ਸਿਮਰਨ ਕਰਦਾ ਰਹੇ, ਕਿਉਂਕਿ ਤੇਰਾ ਜਨਮ ਬੀਤਦਾ ਜਾਂਦਾ ਹੈ। ਰਾਮ ਭਜ ਜਨਮ ਸਿਰਾਤ ਹੈ। कहूं कहां बार बार सिमरत में क्यों गवार, कहूं कहां बार बार समझना क्यों गवार। ये समझदा क्यों नहीं ओ मूर्खा, तेनू बार बार मैं एक गल समझाई जाना, क्यों परमात्मा का सिमरन नहीं करता। राम भज जन्म सिरात है, कहूं कहां बार बार समझत न क्यों गवार। बिरस तरह लगे बार ओरे समगात है। कहते याद रखी आ जिहड़ा तेरा शरीर है, कहते इहनू बिनसन लगिया समा नहीं लगना, जदों इहने नाश होना वा इहनू समा नहीं लगना, इन भर विच इहने नाश हो जाना। बिनस ने
ਲਗਤਵਾਰ ਇਹਨੂੰ ਟਾਈਮ ਨਹੀਂ ਲੱਗਣਾ। ਔਰੇ ਸਮਗਾਤ ਹੈ, ਔਰੇ 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 ਤੁਸੀਂ ਦੇਖੇ ਜੇ ਨਾ ਪੈਂਦੇ ਨਹੀਂ ਪਿੰਡਾਂ 'ਚ ਆਪੋ ਵਾਹਿਗੁਰੂ ਔਰੇ ਮੇਰੇ ਵੇਖੇ ਜੇ ਕਦੀ ਤੁਹਾਡੇ ਇੱਧਰ ਪੈਂਦੇ ਨਹੀਂ ਗੜੇ ਕੀ ਕਹਿੰਦੇ ਨੇ ਇੱਧਰ ਇਲਾਕੇ 'ਚ ਗੜੇ ਚਲੋ ਜੋ ਵੀ ਤੁਸੀਂ ਕਹਿੰਦੇ ਜੇ ਕੋਈ ਗੜੇ ਕਹਿੰਦਾ ਕੋਈ ਗਰੇ ਪੈ ਗਿਆ ਤੇ ਗੁਰੂ ਸਾਹਿਬ ਨੇ ਔਰੇ ਲਿਖਿਆ ਇਹਦੇ ਔਰੇ ਪਏ ਤੇ ਕਹਿੰਦੇ ਕਦੀ ਉਹਨੂੰ ਗੌਰ ਨਾਲ ਵੇਖੀ ਕਿੰਨਾ ਕੁ ਟਾਈਮ ਲੱਗਾ ਉਹਨੂੰ ਫੁਰਨ ਲੱਗਿਆ ਉਸ ਔਰੇ ਨੂੰ ਕਿੰਨਾ ਕੁ ਟਾਈਮ ਲੱਗਿਆ ਇਹਦੇ ਉਹ ਪਿਆ ਸੀ ਡਿੱਗਾ ਸੀ ਤੇ ਬਰਫ਼ ਦੀ ਸੋਹਣੀ ਟੁਕੜੀ ਲੱਗਦੀ ਸੀ 2 ਮਿੰਟ ਬਾਅਦ ਇਹ ਉੱਠਿਆ ਤੇ ਫੁਰ ਗਿਆ। ਕਹਿੰਦੇ ਇਸ ਤਰ੍ਹਾਂ ਦਾ ਤੇਰਾ ਜੀਵਨ ਹੀ ਇਸ ਤਰ੍ਹਾਂ ਦਾ ਤੇਰਾ ਜੀਵਨ ਹੀ ਇਹਨੇ ਨਿਕਲ ਜਾਣਾ ਹੀ ਇਹਨੇ ਬੀਤ ਜਾਣਾ ਹੀ ਤੇ ਤੇਰੇ ਹੱਥੋਂ ਬੀਤਦਾ ਜਾ ਰਿਹਾ ਤੇ ਸੱਚ ਜਾਣਿਓ ਜਿੰਨੇ ਆਪਾਂ ਬੈਠੇ ਆ ਮੈਂ ਤਾਂ ਕਈ ਥਾਵਾਂ ਤੇ ਸੰਗਤ ਨੂੰ ਕਹਿਆ ਉਹ ਬੀਤੇ ਬੈਠੇ ਆ ਜਿਹੜਾ ਜੰਮ ਪਿਆ ਤਾਂ ਸਮਝ ਲਓ ਉਹ ਨਾਸ਼ਵੰਤ ਆ ਉਹਦੀ ਮੌਤ ਹੋਣੀ ਆ ਅੱਗੇ ਕੀ ਆ ਮੌਤ ਆ ਜਿੰਨੇ ਆਪਾਂ ਬੈਠੇ ਅੱਗੇ ਕੀ ਆ ਮੌਤ ਕਿਉਂਕਿ ਸਾਡਾ ਸਫ਼ਰ ਹੀ ਮੌਤ ਵਾਲੇ ਪਾਸੇ ਕਰ ਰਹੇ ਆ ਇਧਰੋਂ ਚੱਲ ਰਹੇ ਅੱਗੇ ਕੀ ਆ ਮੌਤ। ਉਸ ਮੌਤ ਦੇ ਆਉਣ ਤੋਂ ਪਹਿਲਾਂ ਤੂੰ ਇਹਨਾਂ ਦੇ ਵਿੱਚ ਅਭੇਦ ਹੋਣਾ ਤੇਰੇ ਕੋਲ ਨਾਮ ਹੋਵੇ ਤੇਰੇ ਕੋਲ ਰਹਿਤ ਹੋਵੇ ਤੇਰੇ ਕੋਲ ਰਹਿਣੀ ਬਹਿਣੀ ਸਹਿਣੀ ਕਹਿਣੀ ਹੋਵੇ ਤੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੋਵੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੁਰਤ ਕਰਕੇ ਪ੍ਰਮਾਤਮਾ ਨੂੰ ਸਿਮਰਦਾ ਹੋਵੇ ਮੌਤ ਆਉਣ ਤੋਂ ਪਹਿਲਾਂ ਪ੍ਰਮਾਤਮਾ ਦੇ ਚਰਨਾਂ 'ਚ ਤੂੰ ਅਭੇਦ ਹੋ ਜਾਏ। ਕਦੀ ਮੌਤ ਹੀ ਨਹੀਂ ਹੋਣੀ ਕਦੀ ਮੌਤ ਹੀ ਨਹੀਂ ਹੋਣੀ ਜੇ ਪਹਿਲਾਂ ਮਿਲ ਗਿਆ ਤੇ ਉਹਨਾਂ ਚਿਰ ਸਾਰੀ ਵਾਰ ਮੌਤ ਆ ਜਿੰਨਾ ਚਿਰ ਇਹ ਮਿਲਿਆ ਉਹਨੂੰ ਇੱਕ ਵਾਰ ਵੀ ਨਹੀਂ ਤੇ ਵਾਰ-ਵਾਰ ਮਰੇਗਾ ਤੇ ਵਾਰ-ਵਾਰ ਜੰਮੇਗਾ। ਜੰਮ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਜਿਨ ਕੀਤੀ ਕਿਸੇ ਨਾ ਜਾਣੇ ਅੰਧਾ। ਜਿਸ ਪਰਮਾਤਮਾ ਨੇ ਦੀ ਘਾਟ ਘੜੀ ਆ ਉਹਨੂੰ ਨਹੀਂ ਜਾਣਦਾ ਤਾਂ ਦੁੱਖ ਸਹਿਣੇ ਪ੍ਰਾਣੀ ਉਹਦੇ ਘਰ ਵੀ ਦੁੱਖ ਹੈ। ਆਪੋ ਵਾਹਿਗੁਰੂ ਕਿਤੇ ਸਾਨੂੰ ਇਸ ਚੀਜ਼ ਦੀ ਸਮਝ ਆ ਜੇ ਵੀ ਮੈਨੂੰ ਬਾਣੀ ਤੇ ਨਾਮ ਬਹੁਤ ਜ਼ਰੂਰੀ ਹੈ। ਨਾਮ ਤੋਂ ਬਗੈਰ ਜੀਵਨ ਵਿੱਚ ਆਉਣ ਦਾ ਕੋਈ ਸੰਸਾਰ ਵਿੱਚ ਆਉਣ ਦਾ ਕੋਈ ਕਾਰਨ ਨਹੀਂ। ਸਭ ਤੋਂ ਉੱਤਮ ਨਾਮ ਹੈ ਸੰਸਾਰ ਵਿੱਚ ਤੇ ਸਭ ਤੋਂ ਕੀਮਤੀ ਵੀ ਨਾਮ ਹੈ ਜਿਨ੍ਹਾਂ ਰੂਹਾਂ ਦੇ ਕੋਲੇ ਰਾਹਦਾਰੀ ਹੈਗੀ ਉਹ ਕਦੀ ਮਰਦੀਆਂ ਹੀ ਨਹੀਂ। ਆਪੋ ਵਾਹਿਗੁਰੂ ਵਾਹਿਗੁਰੂ ਰਾਮ ਭਜ ਜਨਮ ਸਿਰਾਤ ਹੈ कहूं कहां बार बार समझत न क्यों गुवार बिरस्त न लगे बार और समगात है सगल भरम डाल दे पर हर जी को नाम ने कहते तू हरि परमात्मा वाहिगुरू के नाम में जुड़ जा सारे भरम वहम दुख तरीका तरीका दूर हो जाणगियां कहते इन्हां नूं छड्ड के आ। कदी कहंदा एक ना बंदा मैं अमृतसर गया गुरु के महल कथा करनी सी गुरु के महल जो कथा करन तो पहले ना किसी ने मैनू फोन किया कहते जी प्रशादा साडे घर छकना तुसीं सिंह जी मेरे नाल 5-7 असीं चले गए। वो बच्चा अमरधारी सी ते जिहड़ा उहदा प्यो सी वो कदे माता दा पुजारी सी। असीं उत्थे चले गए ते घर गए ते मूर्ति मारती लगी असीं देख के किहा भाई असीं मैं कहा प्रशादा असीं नहीं छकना तू होर किसी नूं छका ले। अजे तक मैं गल नहीं बनी जां तेरा पिता भी गुरु वाला बने तो सारा परिवार घाटे चढ़ जाए तो जाए मानदा वो नहीं छक लेंदी ते पिता दे हाथ दे उत्ते चंगी मोटी मोली बनी ते मैं कहा जी गल सुनो मैं कहा चल समझा के देख लेंगे। मैं कहा जी आह की बन्निया तुसीं कहंदा देखो बाबा जी गल ये जे असीं कोई पाउणा सानूं वहमां भरमां च मैनूं कहंदा तुसीं पा जाना सानूं वहमां भरमां च ते असीं नहीं ये काम करना जिथे जिथे है ठीक है जी। मैं क्या वाह एक गल की तो तेरी दात जी होगी तो मैं अभी तेन सिख वर्मा वहमा भरमा च पाउणा आ मेरा गुरु कड्ढी जाता ते मेरी ड्यूटी लाई खुद सच बोली ते मैं क्या वाह तेरे बहार ने जाइए सानू कहना वहम भरम च पाउणा मैं तुहाडी रोटी का दूंगा वहम भरम चो सिख नहीं पाउंदा जे सिख गुरु का सिख होगा तो वहम भरम चो कढ़दा दुनिया ते पई वहमा भरमा च कोई मंदिरां नूं तुरिया कोई छोले बना चढ़ाई जाता आपको वाहिगुरू कोई शनिवार को छोले चढ़ाउंदा कोई मंगलवार को चढ़ाउंदा कोई तेल चढ़ा रहा कोई वीरवार दीवियां नूं पा रहा कोई कबरां पूज रहा कोई मसाणियां पूज रहा कोई मणियां नूं पूजदा ये किहदे काम आ गुरसिख दे कि संसार दे आ बोलो ਇਹਦਾ ਸੰਸਾਰ ਕਰ ਰਿਹਾ
ਮੜੀ ਸੰਸਾਰ ਪੂਰੀ ਦਾ ਸਾਰੇ ਕਰਮ ਮਾੜੇ ਸੰਸਾਰ ਕਰਦਾ ਤੇ ਗੁਰੂ ਦਾ ਸਿੱਖ ਆਊਗਾ ਨਾ ਪਿੰਡ ਤੁਹਾਡੇ ਕੋਈ ਨਹੀਂ ਤੇ ਜਾਂ ਤੁਸੀਂ ਜਿੰਦਰ ਬਣ ਗਏ ਗੁਰੂ ਦੇ ਪਿਆਰੇ ਤੇ ਤੁਸੀਂ ਸੱਚ ਬੋਲਣ ਲੱਗ ਪੈਣਾ। ਗੁਰੂ ਬੋਲਦਾ ਸਿੱਖ ਦੇ ਵਿੱਚੋਂ ਉਹ ਸੰਸਾਰ ਦੇ ਲੱਗੂ ਇਹ ਕਰਮ ਕਾਂਡ ਨਹੀਂ, ਇਹਨਾਂ ਦੇ ਵਿੱਚੋਂ ਬਾਹਰ ਆਉਣਾ ਦੁਨੀਆ ਇਹ ਕਰਦੀ ਹੈ। ਆਖੋ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਸਗਲ ਭਰਮ ਡਾਰ ਦੇ ਜਿੰਨੇ ਤੈਨੂੰ ਵਹਿਮ ਭਰਮ ਪਏ ਆ ਕਹਿੰਦੇ ਛੱਡੇ ਨਾ। ਸਗਲ ਭਰਮ ਡਾਰ ਦੇ ਹਰ ਜੀ ਕੋ ਨਾਮ ਲੈ ਅੰਤ ਸੰਗ ਤੇਰੇ ਇਹੀ ਇੱਕ ਜਾਤ ਹੈ। ਹੁਣ ਦੱਸੋ ਕੀ ਕਮਾਈ ਤੇ ਗੱਲ ਫਿਰ ਅੰਤ ਦੀ ਕਰ ਰਹੇ ਆ। ਜਦੋਂ ਅੰਤ ਸਮਾਂ ਆ ਗਿਆ ਕਹਿੰਦੇ ਤੇਰੇ ਨਾਲ ਕੀ ਜਾਣਾ ਕੀਤੇ ਕਰਮ ਕਾਂਡ ਕਰ ਲਵੇ। ਬੋਲੋ ਚਲੋ ਛੋਲੇ ਚੜਾਉਂਦਾ ਕੋਈ ਕੋਈ ਕਰਮ ਕਰ ਰਿਹਾ ਚਲੋ ਉਹ ਜਿਹੜਾ ਕੀਤਾ ਕਰਮ ਹੈ ਨਾਲ ਕਰੋ ਉਹਨਾਂ ਦੇ ਬਣ ਕੇ ਤੁਰ ਪੈਣਾ ਮੂੰਹ ਡੱਡ ਕੇ ਵੀ ਇਹਨੇ ਇੱਕ ਕਰਮ ਕੀਤਾ ਤੇ ਨਾਲ ਆਹ ਕੁਝ ਕੀਤਾ। ਜਿਵੇਂ ਕੋਈ ਤੀਰਥ ਨਹਾਉਣ ਦੇ ਜਾ ਕੇ ਤੇ ਆਣ ਕੇ ਬਾਅਦ ਵਿੱਚ ਕਹਿੰਦਾ ਜੀ ਮੈਂ ਫਲਾਣੇ ਥਾਂ ਤੇ ਤੀਰਥ ਨਹਾ ਕੇ ਆਇਆ ਹੋਮੇ ਦੀ ਮੈਲ ਹੋਣ ਲੱਗ ਗਈ ਹੋਮੇ ਨਾਲ ਅੰਦਰ ਹੋਰ ਭਰ ਗਿਆ। ਜੇ ਕਿਸੇ ਨੇ ਅੱਜ ਇਹ ਵੀ ਸਾਡੇ 'ਚ ਵੀ ਹੋ ਗਿਆ ਜੇ ਕਿਸੇ ਨੇ ਪਾਠ ਕੀਤਾ ਉਹ ਫਿਰ ਘੁੰਮ ਘੁਮਾ ਕੇ ਦੱਸਦਾ ਸੀ ਮੈਂ ਤਾਂ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ ਨਿਤਨੇਮ ਵੀ ਕੀਤਾ ਆਹ ਵੀ ਕੀਤਾ ਉਹ ਵੀ ਕੀਤਾ ਤੇ ਨਾਲ ਹੋਮੇ ਬਣ ਗਈ ਅੰਦਰ ਹੀ। ਇਹ ਸਾਡੇ 'ਚ ਵੀ ਹੈ। ਜੇ ਕਿਸੇ ਨੇ 4 ਪਾਠ ਕਰ ਲਏ ਤਾਂ ਉਹਨੇ ਦੱਸਿਆ ਮੈਂ ਅੱਜ ਇੰਨੇ ਪਾਠ ਕੀਤੇ ਤੂੰ ਤੇ ਕੁਛ ਵੀ ਨਹੀਂ। ਇਹ ਚੀਜ਼ਾਂ ਸਾਡੇ 'ਚ ਨਹੀਂ ਸਾਡੇ 'ਚ ਹੀ ਬਣਦੀਆਂ ਹੁੰਦੀਆਂ। ਇਹ ਸਾਰੀਆਂ ਗੁਰੂ ਸਾਹਿਬ ਨੇ ਸਾਡੇ ਘਰ ਕੱਢਿਆ ਸੀ ਬਾਹਮਣ ਕੱਢਿਆ ਸੀ ਸਾਡੇ ਘਰ ਫੇਰ ਵੜਿਆ ਗਿਆ। ਆਪੋ ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ। ਸਗਲ ਭਰਮ ਡਾਰ ਦੇ ਹਰ ਜੀ ਕੋ ਨਾਮ ਲੈ ਅੰਤ ਸੰਗ ਤੇਰੇ ਇਹੀ ਇੱਕ ਜਾਤ ਹੈ। ਇੱਕ ਇਸੇ ਪ੍ਰਮਾਤਮਾ ਦੇ ਨਾਮ ਨੇ ਤੇਰੇ ਨਾਲ ਚੱਲਣਾ ਹੀ ਤੇ ਯਾਦ ਰੱਖੀ ਇਸ ਨਾਮ ਨੂੰ ਅਸੀਂ ਜਪਦੇ ਹਾਂ ਕਿ ਨਹੀਂ। ਇਹ ਨਾਮ ਸਾਡੇ ਨਾਲ ਚੱਲਣਾ ਸਭ ਤੋਂ ਪਹਿਲਾਂ ਤੇ ਇਹ ਨਾਮ ਲੈਣਾ ਪੈਂਦਾ ਲੈਣਾ ਦੀਖਿਆ ਲੈਣੀ ਜਿਹਦੀ ਗੁਰੂ ਕੋਲ ਆਉਣੀ ਇਹ ਕਿੱਥੇ ਕੋਲੋਂ ਨਹੀਂ ਮਿਲਦਾ। ਇਹਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ 5 ਪਿਆਰੇ ਨਾਮ ਮਿਲਦੇ। ਨਾਮ ਹੀ ਇਹਨਾਂ ਕੋਲ ਆ ਨਾਮ ਹੀ ਇਹਨਾਂ ਕੋਲ ਆ ਹੋਰ ਕਿਸੇ ਕੋ ਸੰਸਾਰ ਵਿੱਚ ਨਾਮ ਨਹੀਂ ਹੈਗਾ। ਭਾਈ ਗੁਰਦਾਸ ਜੀ ਕਹਿੰਦੇ ਸੌਦਾ ਇੱਕ ਹੱਟ ਹੈ ਇੱਕ ਹੱਡੀ ਦੇ ਸੌਦਾ ਪਿਆ ਹੀ ਭਾਈ ਹੋਰ 2 ਹੱਡੀਆਂ ਦੇ ਸੌਦਾ ਨਹੀਂ ਹੈਗਾ ਇੱਕੋ ਹੱਡੀ ਦੇ ਸੌਦਾ ਹੀ। ਅਸੀਂ ਕਹਿੰਦੇ ਨਹੀਂ ਐਸ ਹੱਡੀ ਦੇ ਵੀ ਹੈਗਾ ਉਸ ਹੱਡੀ ਦੇ ਵੀ ਹੈਗਾ ਪਤਾ ਨਹੀਂ ਉੱਥੋਂ ਮਿਲ ਜਾਣਾ ਮੈਂ ਪਾਪ ਹੋ ਜਾਣਾ। ਬੰਦਾ ਨਿਕਲਦਾ ਤੇ ਘਰੋਂ ਰੱਬ ਨੂੰ ਮਿਲਣਾ ਹੀ ਹੈ ਨਾ। ਸਾਨੂੰ ਥੋੜਾ ਪਤਾ ਹੁੰਦਾ ਅੱਗੇ ਜਾਂਦਿਆਂ ਨੂੰ ਕੋਈ ਲਟੇਰਾ ਪੀਤਾ ਉਹਨੇ ਲੁੱਟ ਲੈਣਾ ਤੇ ਜਿਹੜਾ ਉਸ ਚੱਕਰ ਵਿੱਚ ਫਸ ਗਿਆ ਉੱਥੇ ਹੀ ਜਾਊ ਚੰਦਰਾ। ਆਖੋ ਵਾਹਿਗੁਰੂ। ਹੌਲੀ ਬੋਲਦੇ ਜੀ ਹੌਲੀ ਬੋਲਦੇ ਜੀ ਤੁਸੀਂ ਵਾਹਿਗੁਰੂ। ਇਸ ਵਾਹਿਗੁਰੂ ਦੇ ਨਾਮ ਨੇ ਤਾਂ ਸਾਨੂੰ ਬਖਸ਼ਣਾ ਕਿਰਪਾ ਕਰੋ ਕਹੋ ਇੱਕ ਮਿੰਟ ਵਾਹਿਗੁਰੂ 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 ਵਾਹਿਗੁਰੂ। ਆਪੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਬਚਨ ਦਾ ਇੱਕ ਸ਼ਬਦ ਲਿਖਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਤਿਗੁਰੂ ਦੀ ਗੁਰਬਾਣੀ ਅੰਦਰ। ਆਮ ਤੁਸੀਂ ਪੜ੍ਹਿਆ ਵੀ ਹੋਏਗਾ ਜਿਹੜੇ ਸਿੰਘ ਬਾਣੀ ਪੜ੍ਹਦੇ ਰਹਿੰਦੇ ਉਹਨਾਂ ਨੇ ਜ਼ਰੂਰ ਪੜ੍ਹਿਆ ਹੋਵੇਗਾ ਧਿਆਨ ਦਿਓ।